रंग दे नैन भी रंग दे मन भी रंग दे हथ भी रंग दे तन भी रंग दे मजीठी रंग वे रंग दे मजीठी रंग वे कमली दे आसायां रंग दे नाम दा रंग वे कमली दे आसायां कोजियां रंगियां ते कालियां रंगियां कोजियां रंगियां ते कालियां रंगियां लख लख दागां वालियां रंगियां मेरी वारी नू हथ कीता तंग वे मेरी वारी नू हथ कीता तंग वे कमली दे आसायां झाड़ दे नाम दा रंग वे कमली दे आलियां वेखियां तेरियां अखां मत वालियां कर दिते मस्त मलंग वे कर दिते मस्त मलंग वे कमली दे आसायां नैन भी रंग दे मन भी रंग दे तन भी रंग दे मन भी रंग दे मजीठी रंग वे कमली दे आसायां झाड़ नाम दा रंग वे कमली दे आसायां ਤੁਸੀਂ ਬਾਲਣ ਵੇਲੇ ਕੁਰਸੀਆਂ ਦੇ ਵਿੱਚ ਨਹੀਂ ਨਾ ਖਾਲੀ ਰੱਖਿਆ ਕਰੋ ਫਿਰ ਜਿਹੜਾ ਪਿੱਛੋਂ ਆਉਂਦੀ ਹੈ ਸੰਗਤ ਉਹ ਫਿਰ ਵਿੱਚ ਆਉਂਦੀ ਹੈਗੀ ਸੰਗਤ ਨੂੰ ਬਾਲਣ ਵੇਲੇ ਨਾਲ ਨਾਲ ਬਿਠਾਇਆ ਕਰੋ ਕੁਰਸੀਆਂ ਦੇ ਇਹ ਤੇ ਰਹਿਣ ਦਿਓ ਹਾਂ ਇਸੇ ਨੂੰ ਪੈ ਗਿਆ ਨੂੰ ਜਿਹੜੀਆਂ ਪਿੱਛੇ ਹੈਗੀਆਂ ਹੁਣ ਅਸੀਂ ਗੱਲ ਕਰਦੇ चलो पढ़ो बाणी स्वामी जी महाराज गल है कि सानू तो 2-3 महीने होया पानी बदलते हैं कभी किते बदलता कदे नींद बदलती कदे रात बदलती ते कदे रात पै जाती तो दिन चढ़ी जाता कदे दिन चढ़ता तो रात पै जाती कदे पानी किस तरह होंदा कदे किस तरह होंदा ते स्वामी जी की कहते हुण बोल बाणी स्वामी जी महाराज शब्द 12वां जग में घोर अंधेरा पहाड़ी तन में तम का भंडारा जग में घोर अंधेरा पारी तन में तम का भंडारा ये बाणी स्वामी जी महाराज दी है सारे जगत की हालत स्वामी जी महाराज फरमा रहे हैं कई बार अगे भी दसिया है कि सैंतां दी बाणी जिहड़ी है वो मुश्तरका हुंदी है सांझी हुंदी है वो किसी एक बंदे दा नां नहीं लैंदे और जगत दा इशारा दे रहे हैं गुरु साहब जी ये वाकया ही इतना हनेर पिया है कोई सानू सूझ बूझ नहीं दो तमें साढ़े
ਸਰੀਰ ਦੇ ਹੈ। ਇੱਕ ਤਮਾ ਸਾਡਾ ਤੇ ਜਦ ਅਸੀਂ ਖਾਣਾ ਖਾਂਦੇ ਹਾਂ ਭਰਿਆ ਜਾਂਦਾ ਹੈ। ਦੂਸਰਾ ਤਮਾ ਐਸਾ ਹੈ ਕਿ ਕਦੀ ਰਾਜ ਵੀ ਕਿਸੇ ਨੂੰ ਮਿਲ ਜਾਏ ਤਾਂ ਭਰਿਆ ਨਹੀਂ ਜਾਂਦਾ। ਰਾਜਿਆਂ ਦਾ ਵੀ ਨਹੀਂ ਉਹ ਤਮਾ ਭਰਿਆ ਜਾਂਦਾ। ਇਸ ਤੋਂ ਅੱਗੇ ਕੀ ਮਿਲੇਗਾ? ਇੱਕ ਰਾਜਾ ਆਪਣੇ ਰਾਜ ਦੇ ਵਿੱਚ ਉਹਦਾ ਯਕੀਨ ਨਹੀਂ, ਵਿਸ਼ਵਾਸ ਨਹੀਂ, ਤਮਾ ਨਹੀਂ ਭਰਿਆ ਜਾਂਦਾ, ਉਹ ਦੂਸਰੇ ਰਾਜ 'ਤੇ ਹਮਲਾ ਕਰਦਾ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਇਤਨਾ ਕੋਰ ਹਨੇਰਾ ਹੈ ਜਿਸ ਦਾ ਕੋਈ ਹਿਸਾਬ ਨਹੀਂ। ਕਈ ਵਾਰ ਅੱਗੇ ਵੀ ਦੱਸਿਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਪਾਤਸ਼ਾਹ ਨੇ ਕਰੈਫੂ ਲਾਇਆ ਸੀ ਕਿ ਜਿਹੜਾ ਕਿਸੇ ਨੂੰ ਕੋਈ ਹੱਸੇ ਉਹਨੂੰ 500 ਰੁਪਇਆ ਜੁਰਮਾਨਾ ਕਰਨਾ। ਇੱਕ ਮਹਾਤਮਾ ਕਿਸੇ ਬਾਣੀਏ ਦੀ ਦੁਕਾਨ ਦੇ ਅੱਗੇ ਬੈਠਾ ਸੀ। ਇੱਕ ਔਰਤ ਪਾਣੀ ਦਾ ਘੜਾ ਲੈ ਕੇ ਬਾਜ਼ਾਰ ਦੇ ਵਿੱਚੋਂ ਜਾ ਰਹੀ ਸੀ। ਤੋ ਪਿਛਲੇ ਵਕਤਾਂ ਦੇ ਵਿੱਚ ਹੁਣ ਵੀ ਕਈ ਥਾਂ 'ਤੇ ਉਹ ਰਿਵਾਜ ਹੈਗਾ ਕਿ ਇੱਕੋ ਚਾਦਰ ਗਲ ਨਾਲ ਬੰਨ੍ਹ ਲੈਣੀ। ਉਸ ਨੇ ਲੜਕੀ ਕੁਛੜ ਚੁੱਕੀ ਸੀ। ਉਸ ਨੇ ਉਹ ਗੰਢ ਖੋਲ੍ਹ ਦਿੱਤੀ। ਔਰਤ ਜਿਹੜੀ ਬੇਪਰਦ ਹੋ ਗਈ। ਮਹਾਤਮਾ ਹੱਸਿਆ। ਪੁਲਿਸ ਨੇ ਫੜ ਲਿਆ। 500 ਰੁਪਇਆ ਜੁਰਮਾਨਾ ਦੇ ਕੇ ਉਸ ਬਾਣੀਏ ਨੇ ਛੁਡਾ ਲਿਆ। ਨਾਲ ਕਸਾਈ ਦੀ ਦੁਕਾਨ ਸੀ। ਕਸਾਈ ਆਪਣੇ ਬੱਕਰੇ ਨੂੰ ਜ਼ਬਹ ਕਰਨ ਲੱਗਾ। ਉਹ ਬੱਕਰਾ ਨੱਸ ਕੇ ਉਸੇ ਦੁਕਾਨ 'ਤੇ ਆਇਆ ਅਤੇ ਉਸ ਨੇ ਕੰਨੋਂ ਫੜ ਕੇ ਬੱਕਰੇ ਨੂੰ ਮੁੜ ਕੇ ਕਸਾਈ ਨੂੰ ਦੇ ਦਿੱਤਾ ਅਤੇ ਨਾਲ ਇਹ ਕਿਹਾ ਕਿ ਇਹਦਾ ਗੋਸ਼ਟ ਮੈਨੂੰ ਦੇਵੀਂ, ਮੇਰੀ ਇਸ ਨੇ ਦਾਲ ਖਾਧੀ ਹੈ। ਮਹਾਤਮਾ ਫਿਰ ਹੱਸਿਆ। ਫਿਰ ਪੁਲਿਸ ਨੇ ਫੜ ਲਿਆ। 500 ਰੁਪਇਆ ਦੇ ਕੇ ਉਹਨੇ ਛੁਡਾ ਲਿਆ। ਫਿਰ ਮਹਾਤਮਾ ਨੂੰ ਖਾਣਾ ਖਾਣ ਵਾਸਤੇ ਘਰ ਲੈ ਗਿਆ। ਰਸੋਈ ਦਾ ਦਰਵਾਜ਼ਾ ਛੋਟਾ ਸੀ। ਸਿਰ ਨੂੰ ਟੱਕਰ ਲੱਗੀ। ਕਹਿੰਦਾ ਕੱਲ੍ਹ ਉੱਚਾ ਜਿਹਾ ਦਰਵਾਜ਼ਾ ਲਵਾਵਾਂਗਾ ਮੈਂ। ਅਤੇ ਮਹਾਤਮਾ ਫਿਰ ਹੱਸਿਆ। ਮਹਾਤਮਾ ਕਮਾਈ ਵਾਲਾ ਸੀ। ਉਹਦੇ ਅੰਦਰੋਂ ਅੱਖ ਖੁੱਲ੍ਹੀ ਸੀ। ਉਹ ਸਭ ਕੁਝ ਦੇਖ ਰਿਹਾ ਸੀ। ਮਹਾਤਮਾ ਹੱਸਿਆ। ਉਸ ਬਾਣੀਏ ਨੇ ਕਿਹਾ ਕਿ ਤੁਸੀਂ ਹਰ ਗੱਲ ਨੂੰ ਹੱਸਦੇ ਹੋ। ਇਹ ਗੱਲ ਕੀ ਹੈ ਕਿ ਮੈਂ ਅੱਗੇ ਜੁਰਮਾਨਾ ਭਰਿਆ ਤੁਹਾਡੇ ਥਾਂ 'ਤੇ। ਤੁਸੀਂ ਉਸ ਔਰਤ ਨੂੰ ਕਿਉਂ ਹੱਸੇ? ਕਹਿੰਦਾ ਮੈਂ ਔਰਤ ਨੂੰ ਨਹੀਂ ਹੱਸਿਆ। ਕਿਸ ਨੂੰ ਹੱਸੇ? ਕਹਿੰਦੇ ਮੈਂ ਬਦਲੇ ਨੂੰ ਹੱਸਿਆ ਕਿ ਬਦਲਾ ਕਿਸ ਤਰ੍ਹਾਂ ਲੈਤਾ ਜਾਂਦਾ ਹੈ। ਕਹਿੰਦੇ ਕੀ ਬਦਲਾ ਸੀ? ਕਹਿੰਦਾ ਪਿਛਲੇ ਜਨਮ ਦੇ ਵਿੱਚ ਇਸ ਲੜਕੀ ਨੂੰ ਬਿਲਾ ਵਾਜਾ ਇਸ ਔਰਤ ਨੇ ਬਦਨਾਮ ਕੀਤਾ ਸੀ। ਔਰ ਲੜਕੀ ਨੇ ਇਹ ਕਿਹਾ ਸੀ ਕਿ ਮੇਰਾ ਪਰਮਾਤਮਾ ਹੋਏਗਾ ਸੱਚਾ ਅਤੇ ਤੈਨੂੰ ਸਾਰੇ ਬਾਜ਼ਾਰ ਦੇ ਵਿੱਚ ਤੇਰੀ ਬੇਇੱਜ਼ਤੀ ਹੋਏਗੀ। ਮੈਂ ਉਸ ਬਦਲੇ ਨੂੰ ਦੇਖ ਕੇ ਅਤੇ ਫਿਰ ਮੈਂ ਹੱਸਿਆ ਵੀ ਦੇਖੋ ਬੰਦਾ ਕਰਮ ਕਰਦਾ ਤਾਂ ਹੈ ਅਤੇ ਭੁਗਤਣਾ ਤਾਂ ਪੈ ਹੀ ਜਾਂਦਾ ਕਦੇ ਨਾ ਕਦੇ। ਮੈਂ ਉਸ ਬਦਲੇ ਨੂੰ ਹੱਸਿਆ, ਮੈਂ ਹੋਰ ਕਿਸੇ ਨੂੰ। ਇਹ ਜਿਹੜਾ ਬੱਕਰਾ ਇਹਨੂੰ ਕਿੱਦਾਂ ਹੱਸਿਆ ਤੂੰ? ਕਹਿੰਦੇ ਬੱਕਰਾ ਤੇਰਾ ਪਿਓ ਹੈ। 5-6 ਮਹੀਨੇ ਹੋਇਆ ਸੀ ਮਰਿਆ ਤੇਰੇ ਪਿਓ ਨੇ। ਬੱਕਰੇ ਦੇ ਜਨਮ ਵਿੱਚ ਆਇਆ। 5-6 ਮਹੀਨੇ 'ਚ ਬੱਕਰਾ ਜਵਾਨ ਹੋ ਜਾਂਦਾ। ਇਹਨੂੰ ਪਤਾ ਸੀ ਕਿ ਮੇਰੇ ਲੜਕੇ ਦੀ ਦੁਕਾਨ ਹੈ, ਮੇਰੀ ਹੈ, ਸੌਦਾ ਮੇਰਾ ਹੀ ਹੈ। ਜੇ ਇਹ 10-20 ਰੁਪਈਏ ਦੇ ਕੇ ਮੈਨੂੰ ਛੁਡਾ ਲਏਗਾ, ਲੇਕਿਨ ਤੂੰ ਇਹਦਾ ਸਹੁੰ ਗੋਸ਼ਟ ਮੰਗਿਆ। ਕੰਨੋਂ ਫੜ ਕੇ ਉਹਨੂੰ ਫੜਾ ਦਿੱਤਾ ਹੈ। ਮੈਂ ਇਸ ਵਾਸਤੇ ਹੱਸਿਆ ਕਿ ਕਿਤਨਾ ਹਨੇਰ ਦੁਨੀਆ 'ਤੇ ਪਿਆ ਹੈ। ਕੀ ਹੋ ਰਿਹਾ ਹੈਗਾ? ਹੁਣ ਕਿਉਂ ਹੱਸਿਆ? ਕਹਿੰਦੇ ਹੁਣ ਦੀ ਗੱਲ ਰਹਿਣ ਦੇ। ਫਿਰ ਹੁਣ ਵੀ ਦੱਸ ਦੇ। ਕਹਿੰਦੇ ਸਵੇਰੇ ਤੇ ਤੂੰ ਹੀ ਨਹੀਂ ਰਹਿਣਾ, ਦਰਵਾਜ਼ਾ ਕਿਹਨੇ ਲਾਉਣਾ? ਤੂੰ ਕਹਿਣਾ ਸਵੇਰੇ ਮੈਂ ਉੱਚਾ ਦਰਵਾਜ਼ਾ ਲਵਾਵਾਂਗਾ, ਸਵੇਰੇ ਤੂੰ ਹੀ ਦੁਨੀਆ ਤੋਂ ਚਲੇ ਜਾਣਾ ਅਤੇ ਦਰਵਾਜ਼ਾ ਕਿਹਨੇ ਲਾਉਣਾ ਹੈ? ਜੋ ਕੁਛ ਸੰਤ ਮਹਾਂਪੁਰਖ ਕਹਿੰਦੇ ਆ ਉਹ ਦੇਖ ਕੇ ਕਹਿੰਦੇ ਜੱਗ ਮੇਂ ਕੋਰ ਹਨੇਰਾ ਭਾਰੀ। ਇਸ ਜਗਤ ਦੇ ਵਿੱਚ ਇਤਨਾ ਹਨੇਰ ਪਿਆ ਹੈ, ਕੋਈ ਸੂਝ ਬੂਝ ਨਹੀਂ ਕਿਸੇ ਬੰਦੇ ਨੂੰ। ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਜਿਨ੍ਹਾਂ ਨੂੰ ਖਾ ਰਹੇ ਹਾਂ ਸ਼ਾਇਦ ਇਹ ਸਾਡੀ ਕੁਲ ਵਿੱਚੋਂ ਨੇ, ਸਾਡੇ ਕੀ ਲੱਗਦੇ ਹੈਗੇ ਆ। ਜੇ ਅਸੀਂ ਪਸ਼ੂਆਂ ਦੇ ਜਨਮ ਵਿੱਚ ਗਏ
ਤੋਂ ਸਾਡੀ ਕੁਲ ਬਣੀ, ਪਸ਼ੂਆਂ ਦੇ ਪਸ਼ੂ ਪੈਦਾ ਹੋਏ, ਪਰਿੰਦਿਆਂ ਵਿੱਚ ਗਏ ਅਤੇ ਪਰਿੰਦਿਆਂ ਦੇ ਪਰਿੰਦੇ ਪੈਦਾ ਹੋਏ, ਸਾਡੀ ਕੁਲ ਬਣ ਗਈ। ਹਰ ਜਨਮ ਦੇ ਵਿੱਚ ਅਸੀਂ 84 ਵਿੱਚ ਗਏ ਹਾਂ, ਹਰ ਜਨਮ ਦੇ ਵਿੱਚ ਸਾਡੀ ਕੁਲ ਬਣਦੀ ਹੈ, ਔਰ ਅਸੀਂ ਉਹਨਾਂ ਨੂੰ ਵੱਢ ਵੱਢ ਕੇ ਖਾ ਰਹੇ ਹਾਂ। ਕੀ ਪਤਾ ਹੈ ਕਿ ਸਾਡਾ ਕੀ ਲੱਗਦਾ ਹੈ, ਕੀ ਲੱਗਦਾ ਸੀ ਸਾਡੇ ਪਿਛਲੇ ਜਨਮ ਦੇ ਵਿੱਚ, ਸਾਡਾ ਪਿਓ ਸੀ, ਦਾਦਾ ਸੀ, ਭਰਾ ਸੀ, ਜਾਂ ਲੜਕਾ ਸੀ, ਜਾਂ ਲੜਕੀ ਸੀ, ਕੌਣ ਸੀ? ਇਸ ਚੀਜ਼ ਦੀ ਸੂਝ ਬੂਝ ਹੈਗੀ ਹੈ। ਇਸੇ ਵਾਸਤੇ ਸੰਤ ਕਹਿੰਦੇ ਆ, ਭਾਈ ਹਰ ਵਿੱਚ ਹਰ ਹੈ, ਇਹ ਸਭ ਉਸ ਪਰਮਾਤਮਾ ਦੇ ਜੀਵ ਨੇ। ਤੂੰ ਉਸ ਅੱਖ ਨੂੰ ਖੋਲ੍ਹ ਜਿਸ ਅੱਖ ਦੇ ਨਾਲ ਤੂੰ ਦੇਖ ਸਕੇ ਕਿ ਕੌਣ ਹੈ। ਉਹ ਅੱਖ ਸਾਡੀ ਕਿਸੇ ਮਹਾਤਮਾ ਦੇ ਜ਼ਰੀਏ ਔਰ ਮਿਹਨਤ ਕਰਕੇ ਸਾਡੀ ਅੱਖ ਖੁੱਲ੍ਹੇਗੀ, ਫਿਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਕਰ ਰਹੇ ਹਾਂ। स्वामी जी महाराज जो बाणी च फरमा रहे, ठीक फरमा रहे है कि जगत विच इतना घोर अंधेरा है, कोई समझ नहीं जीव नूं आ रही। तमें एक तमा साडा भरिया जांदा, दूसरा भरिया ही नहीं जाता। सारा मुल्क साडा हो जावे, सारी दुनिया हो जावे, सारे राज हो जान, तद भी नहीं भरिया जाता। हाँ जी। जग में घोर अंधेरा पहारी, तन में तम का पंडारा, सुपन जागृत दोनों देखी, पूल पुलैया तार मारा। कनेडा एक बंदा साढ़े कोल आया, मैं बीमार हाँ जी, मैं कोई खाना पीना है, खाना तो मैं सब कुछ हाँ। मैं कि फिर वही बीमारियां तैनूं लगियां हैगियां ने। कहंदा जे असीं खाईए नहीं तो ये चीज़ां वध जांदियां बड़ियां। मैं किहड़ियां किहड़ियां मुर्गियां बकरे, मैं कहा कुत्ते भी वधदे है, कुत्ते भी वधदे है, बंदे भी बड़े वधन डे है, बंदियां नूं भी खाना चाहिए। ये क्यों इन्ने वधदे है? मैं क्या होर चीज़ां बड़ियां मैं क्या वधन डईयां ने। एक सिर्फ मुर्गियां ते बकरे वधदे है, बाकी चीज़ां नहीं वधदियां, वो भी खानियां चाहिए। ये हाल दुनिया का। तो मैं बीमार हाँ, मैं क्या राजी तू हो भी नहीं सकता, राजी वाला तेरा कोई काम भी नहीं। सुफनत जगरत दोनों देखी। स्वामी जी महाराज बाणी च फरमा रहे हैं कि जागदे भी असी भुले हाँ और सुफन अवस्था भी असी भुले हैं। सुफन अवस्था किहड़ा साडा सतगुर नाल प्यार हुंदा है, किहड़ी सानू सुफने विच साध संगत मिलती है, किहड़ा सानू कोई साधु मिलता जिहड़ा जिहदे तो सानू संदोख आएगा, प्यार आएगा, जां कोई सानू शांति मिलेगी। सुपने विच भी सानू दौड़ भाजी पई रहिंदी है। इस वास्ते गुरु साहब जी फरमा रहे हैं, ये जीव सुपन अवस्था और जागृत अवस्था विच भी ये भूल भुलैइयां विच फिर आएगा। हाँ जी। सुपन जागृत दोनों देखी, पूल पुलैया तार मारा, जीव अजान प्या परदेसी, देश बिसर गया निज सारा। गुरु साहब जी इस इंसान में एक छोटे बच्चे की मिसाल दे के समझा रहे हैं। जिस तरह कोई छोटा बच्चा चोर चक्का चुक के परदेस लै जाता है, उसनूं अपना घर बार भुल जाता, माँ प्यो भुल जाते हैं, उस देश नूं अपना देश समझदा है। इसी तरह असी इस देश विच आए, सानू उस नरिंजन ने चक्कर करा के उपरों थले सुट दिता है, सानू अपना देश भुल गया। सानू ये पता ही नहीं कि साडा देश किहड़ा हैगा। संत महापुरख आ के सानू दसदे है कि ये तेरा देश नहीं।
स्वामी जी महाराज फरमाते ये तो घर है काल का, घर अपना मत जान, निश्चय करके मानियो जो अब कहू बखान। भाई ये तेरा घर नहीं, ये काल का देश है, तू इत्थों जाना ही जाना। बाबे फरीद ने बहुत डूंघियां मिसालां दित्तियां ने। बाबे फरीद ने कहा ऐ इंसान तू कभी सोचिया नहीं कि तेरे पैदा करने वाले कित्थे गए है, उन्हां दे पैदा करने वाले कित्थे गए है, उहदे पिछे जिहड़े सी वो किधर गए हैं, ते तू किधर जाना है। तू भी तो एक दिन उस राह पैना। क्यों नहीं तू उस खुदा की इबादत करदा, क्यों नहीं उस मालिक का शुकराना करदा। तू इत्थे बैठे रहना है। तू जरा सोच, लंबी सोच कर कि तेरे पैदा करने वाले किधर गए ने, जेड़े उन्होंने पैदा करते हो किधर गए, जेड़े उन्हों के पिछे सी वो किधर गए ने। कोई है नामो निशान किसी का, तो साड़ा नामो निशान की रहना है कि असी नहीं जाना दुनिया तो। ये मौका मिलया है मनुष्य जन्म का उस मालिक के शुकराने का, उस मालिक की बंदगी करन दा, ताकि साड़ा ये जन्म सफल हो जाए, असी अपने देश चला जाइए, अपने मालिक नाल मिल जाइए, ताकि बारों बार असी 84 विच ना आइए। हाँ जी। जीव अजान प्या परदेसी, देश बिसर गया निज सारा, फिरे पटकता खान खान में, जोन जोन बिच चख मारा। गुरु साहब जी बड़े प्यार दे नाल फरमा रहे है कि खान खान दे विच भटकदा फिरदा है। 4 खाना ने, अंडज जेरज सेदज उत्पन्न। ये 4 खाना ने। कुछ जीव अंडियां चों पैदा होंदे है, मुर्गियां, सप, ठूंगे, होर कीड़े मकोड़े कई अंडियां चों पैदा होंदे। कुछ जीव जेरे चों पैदा होंदे है, चूहे साने, पशु, इंसान ते होर भी कई जीव पैदा होंदे। कुछ मौसम की तब्दीली जद होंदी है तो उस वक्त मुड़ के नाल ही हज़ारां करोड़ां जीव पैदा हो जाते हैं, लेकिन उन्हां दी उम्र बहुत थोड़ी होंदी है। उस दौरान कई बार उन्होंने जन्म लेना पैंदा है। चौथी क्लास जिहड़ी है वो घास फूस, फसल, सब्जियां और दरख्त वगैरह। ये 4 खाना ने। इन्हां खाना दे विच सानू भटकना पैंदा है, जाना पैंदा है। कदी असी किसी खान भी चला जाने, कदी किसी भी चला जाने, लेकिन सानू शांति किते नहीं मिलती, आराम सानू किते नहीं मिलता, दुख ही दुख है। हाँ जी। फिरे पटकता खान में, जोन जोन बिच चख मारा, दम दम दुखी कष्ट बहु भोगे, सुने कौन अब बहुहारा। गुरु साहब जी कई बार ये मिसाल देंदे होंदे सी कि तुसी एक जन्म वाल देख लो। एक सिर्फ टांगे का घोड़ा जिहड़ा हुंदा है, टांगे नूं जोया हुंदा, गर्मी की बहार हुंदी है, 5-7 सवारियां लदियां हुंदियां ने। टांगे वाला घोड़े नूं मारदा है कि जल्दी अड्डे ते पहुँचे, मैं होर सवारियां लैवां। सवारियां दा मकसद हुंदा है कि असी जल्दी जाइए अपने घरां नूं, लेकिन घोड़े नूं मार पैंदी है, मुड़का आउंदा है, मूँह चों पानी बगदा है। एक एक साह जिहड़ा उहदा शरीर विचों जांदा है, क्या कोई उहनूं लिख सकदा है कि कितना दुख हैगा। सानू कोई वजन चुक के दौड़ना पवे तो साडी की हाल हुंदा है। एक जन्म का दुख देख लईए, बाकी जन्म तुसी पिछे रहन दो।
ਕਈ ਵਾਰ ਅੱਗੇ ਵੀ ਦੱਸਿਆ ਕਿ ਸ੍ਰੀ ਸੁਖਦੇਵ ਜੀ ਵੇਦ ਵਿਆਸ ਲੜਕੇ ਦੇ ਉਹਦੇ ਲੜਕੇ ਹੋਏ ਹੈ। 12 ਸਾਲ ਬਾਅਦ ਉਹਨਾਂ ਨੇ ਜਨਮ ਲਿਆ ਸੀ। ਉਹ ਵੀ ਕਿਸ ਤਰ੍ਹਾਂ ਲਿਆ? ਸ਼ਿਵ ਜੀ ਦੇ ਪਾਰਵਤੀ ਇੱਕ ਜੰਗਲ ਵਿੱਚ ਬੈਠੇ ਸਨ, ਇੱਕ ਦਰਖਤ ਦੇ ਥੱਲੇ। ਸ਼ਿਵ ਜੀ ਮਹਾਰਾਜ ਪਾਰਵਤੀ ਨੂੰ ਕਥਾ ਸੁਣਾਉਣ ਲੱਗ ਪਿਆ। ਪਾਰਵਤੀ ਨੇ ਇੱਕ ਦੋ ਲਫ਼ਜ਼ ਸੁਣਿਆ ਅਤੇ ਸੌਂ ਗਈ। ਉਸ ਦਰਖਤ ਦੇ ਖੋੜ ਵਿੱਚ ਇੱਕ ਤੋਤਾ ਸੀ, ਉਹ ਹੰਗੂਰਾ ਭਰਦਾ ਰਿਹਾ, ਸੁਣਦਾ ਰਿਹਾ। ਜਦੋਂ ਕਥਾ ਸਮਾਪਤ ਹੋਈ ਤੇ ਦੇਖਿਆ ਪਾਰਵਤੀ ਸੁੱਤੀ ਸੀ। ਸ਼ਿਵ ਜੀ ਮਹਾਰਾਜ ਨੇ ਸੋਚਿਆ ਕਿ ਮੇਰੀ ਕਥਾ ਕੌਣ ਸੁਣ ਗਿਆ ਹੈ, ਕੌਣ ਹੰਗੂਰਾ ਭਰਦਾ ਸੀ। ਉਹਨਾਂ ਦੇਖਿਆ ਤੇ ਇੱਕ ਤੋਤਾ ਨਜ਼ਰ ਆਇਆ। ਤੋਤੇ ਦੇ ਪਿੱਛੇ ਲੱਗੇ ਕਿ ਇਹਨੂੰ ਮਾਰ ਦਈਏ, ਮੇਰੀ ਕਥਾ ਸੁਣ ਗਿਆ। ਅੱਗੇ ਅੱਗੇ ਤੋਤਾ ਤੁਰ ਪਿਆ, ਪਿੱਛੇ ਸ਼ਿਵ ਜੀ ਮਹਾਰਾਜ। ਜਦੋਂ ਤੋਤੇ ਨੇ ਦੇਖਿਆ ਕਿ ਮੇਰਾ ਇਹ ਖਹਿੜਾ ਨਹੀਂ ਛੱਡਦਾ, ਤੋ ਵੇਦ ਵਿਆਸ ਰਿਸ਼ੀ ਦੀ ਔਰਤ ਦੇ ਵਿੱਚ ਗਰਭ ਵਿੱਚ ਸਮਾ ਗਿਆ। ਬਾਹਰ ਬੈਠੇ ਰਹੇ ਸ਼ਿਵ ਜੀ ਮਹਾਰਾਜ। ਨਾ ਸ਼ਿਵ ਜੀ ਮਹਾਰਾਜ ਉੱਥੋਂ ਜਾਣ, ਨਾ ਲੜਕਾ ਜਨਮ ਲਏ। 12 ਸਾਲ ਗੁਜ਼ਰ ਗਏ। ਨਾਰਦ ਮੁਨੀ ਆਇਆ, ਪੁੱਛਿਆ ਬਾਬਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ? ਕਹਿਣ ਲੱਗੇ ਮੇਰੀ ਕਥਾ ਇੱਕ ਤੋਤੇ ਨੇ ਸੁਣ ਲਈ ਹੈ। ਉਹ ਤੋਤਾ ਇੱਥੇ ਵੇਦ ਵਿਆਸ ਰਿਸ਼ੀ ਦੀ ਔਰਤ ਦੇ ਗਰਭ ਸਮਾਇਆ। ਜੇ ਕੋਈ ਪੈਦਾਇਸ਼ ਹੋਏਗੀ ਮੈਂ ਉਸ ਨੂੰ ਮਾਰ ਦੇਣਾ। ਨਾਰਦ ਮੁਨੀ ਨੇ ਪੁੱਛਿਆ ਬਾਬਾ ਜੀ ਤੁਸੀਂ ਬੜੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਕਥਾ ਦੇ ਵਿੱਚ ਕੀ ਸ਼ਕਤੀ ਹੈ? ਕਹਿੰਦੇ ਜਿਹੜਾ ਮੇਰੀ ਕਥਾ ਸੁਣ ਲੈਂਦਾ ਉਹ ਅਮਰ ਹੋ ਜਾਂਦਾ ਹੈ। ਬਾਬਾ ਜੀ ਜੇ ਅਮਰ ਹੋ ਜਾਂਦਾ ਹੈ ਤਾਂ ਤੁਸੀਂ ਉਹਨੂੰ ਮਾਰ ਵੀ ਕਿੱਦਾਂ ਸਕਦੇ ਹੋ? ਕਿਸ ਤਰ੍ਹਾਂ ਤੁਸੀਂ ਮਾਰੋਗੇ ਉਸ ਨੂੰ? ਤੁਹਾਨੂੰ ਇਹ ਸਮਝ ਨਹੀਂ ਆਈ? ਜਾਓ ਕਿਤੇ ਕੰਮ ਕਰੋ ਜਾ ਕੇ। 12 ਸਾਲ ਦੇ ਬਾਅਦ ਸ਼ਿਵ ਜੀ ਮਹਾਰਾਜ ਉੱਥੋਂ ਗਏ ਔਰ ਉਸ ਲੜਕੇ ਨੇ ਜਨਮ ਲਿਆ। ਉਹਦਾ ਨਾਂ ਰੱਖਿਆ ਸ੍ਰੀ ਸੁਖਦੇਵ ਜੀ। ਛੋਟੀ ਉਮਰ ਦੇ ਵਿੱਚ ਹੀ ਉਹ ਲੜਕਾ ਘਰੋਂ ਨਿਕਲ ਚਲਿਆ, ਜੰਗਲ ਨੂੰ ਤੁਰ ਪਿਆ। ਪਿੱਛੇ ਪਿੱਛੇ ਰਿਸ਼ੀ ਵੇਦ ਵਿਆਸ ਵੀ ਤੁਰ ਪਿਆ। ਪਿੱਛੇ ਦੇਖਿਆ, ਪਿਤਾ ਜੀ ਤੁਸੀਂ ਮੇਰੇ ਪਿੱਛੇ ਕਿਉਂ ਆ ਰਹੇ ਹੋ? ਬੇਟਾ ਸਾਨੂੰ ਬੜੀ ਆਸ਼ ਸੀ ਕਿ ਸਾਡੇ ਘਰ ਕੋਈ ਔਲਾਦ ਹੋਏਗੀ, ਸਾਡੀ ਕੋਈ ਸੇਵਾ ਕਰੇਗਾ, ਪਰ ਤੂੰ ਛੋਟੀ ਉਮਰ। ਪਿਤਾ ਜੀ ਤੁਸੀਂ ਮੈਨੂੰ ਜੰਗਲ 'ਚ ਜਾਣ ਦਿਓ, ਕੋਈ ਈਸ਼ਵਰ ਦੀ ਤਪੱਸਿਆ ਕਰਨ ਦਿਓ। ਮੈਂ ਬਹੁਤ ਦੁੱਖ ਪਾਇਆ 84 ਵਿੱਚ। 105 ਜਨਮ ਦੀ ਮੈਨੂੰ ਖਬਰ ਹੈ ਕਿ ਜੋ ਜੋ ਮੈਂ ਦੁੱਖ ਪਾਏ। 5 ਜਨਮਾਂ ਦਾ ਤੁਹਾਨੂੰ ਹਵਾਲਾ ਦੱਸਦਾ ਹਾਂ, 100 ਦਾ ਤੁਸੀਂ ਅੰਦਾਜ਼ਾ ਲਾ ਲਿਓ। ਕਹਿੰਦੇ ਪਿਤਾ ਜੀ ਇੱਕ ਜਨਮ ਮੇਰਾ ਕੁੱਤੇ ਦਾ ਆ ਗਿਆ। ਮੈਂ ਕਿਸੇ ਮੈਦਾਨ ਵਿੱਚ ਸਹਿਬ ਸਭਾ ਲੇਟਿਆ ਸੀ। ਕਿਸੇ ਜਾਂਦੇ ਰਾਹੀ ਨੇ ਮੇਰੇ ਸਿਰ 'ਚ ਲਾਠੀ ਮਾਰ ਦਿੱਤੀ। ਮੇਰਾ ਸਿਰ ਪਟ ਗਿਆ ਔਰ ਮੇਰੇ ਸਿਰ 'ਚ ਕੀੜੇ ਪੈ ਗਏ। ਪਿਤਾ ਜੀ ਜਿਸ ਘਰ ਮੈਂ ਜਾਵਾਂ ਭੁੱਖ ਨੇ ਸਤਾਇਆ, ਇੱਕ ਸਰੀਰ ਦਾ ਦੁੱਖ, ਇੱਕ ਸਰੀਰ ਭੁੱਖ। ਜਿਸ ਘਰ ਮੈਂ ਜਾਵਾਂ ਉਹ ਅੱਗੇ ਹੀ ਲਾਠੀ ਲੈ ਕੇ ਤਿਆਰ ਹੋਵੇ, ਮੇਰੀ ਕੋਈ ਬਾਤ ਨਾ ਪੁੱਛੇ। ਬਹੁਤ ਦੁਖੀ ਹੋਇਆ। ਪਰਮਾਤਮਾ ਨੇ ਦਇਆ ਕੀਤੀ, ਮੇਰੀ ਦੇਹ ਛੁੱਟੀ। ਦੂਸਰਾ ਜਨਮ ਇੱਕ ਮੈਂ ਘੋੜੇ ਦਾ ਆ ਗਿਆ। ਘੋੜੇ ਦਾ ਜਨਮ ਆਇਆ ਤਾਂ ਘੋੜਾ ਮਰਾਸ਼ੀਆਂ ਨੇ ਖਰੀਦ ਲਿਆ ਅਤੇ ਮਰਾਸ਼ੀ ਪੱਠੇ ਪੁੱਠੇ 'ਤੇ ਘੱਟ ਪਾਉਣ, ਲਗਾਮ ਜਿਹੜਾ ਆਵੇ ਚਾੜੇ ਮੈਨੂੰ ਤੇ ਦਵਾੜਦੇ ਫਿਰਨ। ਪਿਤਾ ਜੀ ਉਹ ਵੀ ਜਨਮ ਮੈਂ ਬਹੁਤ ਮੁਸ਼ਕਲ ਭੁਗਤਾ ਹੈ। ਤੀਸਰਾ ਜਨਮ ਮੇਰਾ ਇੱਕ ਪਿੱਛੂ ਛੋਟਾ ਜਿਹਾ ਹੁੰਦਾ ਹੈ, ਇੱਕ ਕੀੜਾ ਜਿਹਾ ਹੁੰਦਾ, ਉਹ ਪਿੱਛੂ ਉਹਨੂੰ ਕਹਿੰਦੇ ਆ, ਹੋਰ ਪਤਾ ਉਹਦਾ ਹੋਰ ਵੀ ਨਾਂ ਹੋਏਗਾ। ਉਸ ਜਨਮ ਵਿੱਚ ਮੈਂ ਆ ਗਿਆ। ਇੱਕ ਔਰਤ ਦੇ ਕੱਪੜਿਆਂ 'ਚ ਮੈਂ ਵੜ ਗਿਆ। ਉਹ ਔਰਤ ਆਪਣੇ ਪਤੀ ਨੂੰ ਬਾਹਰ ਰੋਟੀ ਲੈ ਕੇ ਜਾ ਰਹੀ ਸੀ। ਗਰਮੀ ਦੀ ਬਾਹਰ ਸੀ। ਮੈਂ ਆਪਣੀ ਸੁਭਾਅ ਨਾਲ ਉਹਨੂੰ ਦੰਦੀ ਵੱਢੀ। ਉਸਨੇ ਖੁਰਕਿਆ, ਉਹਦੇ ਨਹੁੰ ਚੜ੍ਹ ਗਿਆ।
पिता जी वो मैनू हथ च मली जाए, ना सुटे ना मारे, मेरी जान नक आ गई। बहुत दुखी होया। एक रेत आई तपी ही बड़ी अग वर्गी, ਉਹਦੇ ਵਿੱਚ मैनू सुट दिता। मैं धाना की तरह ਉਹਦੇ 'ਚ भुज गया, धाना की तरह भुज गया। पिता जी वो भी जन्म मेरा समाप्त होया। चौथा जन्म मेरा एक गधे का आ गया। गधा धोबियां ने खरीद लिया। धोबी कपड़ियां की पंड पाए तो घाट ते लै जाए, घाटों घर लै आवे। एक दिन छोटा जिहा नाला बगदा सी, बदल आउण कारण उहदे च जिल्लण आ गई। मैं उहदे विच खुभ गया। ये श्री सुखदेव जी अपने पिता नूं दुख दस रहा, जन्मां दे दुख। मैं उहदे विच खुभ गया। मेरे मालक ने मैनू बहुत मारिया, मेरी एक लत्त टुट गई। मेरे तू कपड़ियां दी पंड चुकी, वो घर लै गया। पिता जी मैं उत्थे खुभा रहा, मेरा एक टापू बन गया। लोकी मेरे ते पैर रखन, दूजे पासे चले जान। मैं बहुत दुखी होया। एक शरीर का दुख, एक पेट की भुख ने बहुत सताया। बाबे फरीद ने ये बारे कहा, फरीदा मौत तो भुख बुरी, राती सुते खा के दिने फेर खड़ी। मौत एक बार हो जाती है, भुख बारों बार सताउंदी है। पंजवां जन्म जिहड़ा मेरा वो एक बिल्ली दे घर आया। जद मैं पैदा होवां, बाहरला बिल्ला आवे, वो मेरा गला कोटे ते मार देवे। ये 5 जन्म मेरे देख लो पिता जी कि मैं कितना दुख पाया है, और 100 का अंदाज़ा ला लो कि 100 विच कितने दुख होणगे। मैनू तुसी जान दिओ और मैनू कोई तपस्या करन दिओ। श्री सुखदेव जी ने बहुत तपस्या की, बड़ी घोर तपस्या की। तपस्या के जोर नाल स्वर्गां 'च पहुँच गए। स्वर्गां 'च पहुँच गए, पर स्वर्गां दा मुख्तियार जिहड़ा सी उसने स्वर्गां 'च रहन नहीं दिता। उसने कहा तेरा मुर्शद कोई नहीं, तेरा मुर्शद कोई नहीं, तू मात लोक विच जा, उत्थे मुर्शद पहले बना, तू इत्थे रह नहीं सकता। देखो स्वर्गां विच भी असी बगैर मुर्शद दे नहीं रह सकते। मुर्शद की लोड़ बड़े बड़े ऋषियां नूं पई, बड़े बड़े मुनियां नूं पई, बड़े बड़े अवतारां नूं मुर्शद की लोड़ पई। वापस आके अपने पिता नूं पुछया, पिता जी इस वक्त कोई महात्मा है? तो उस वक्त राजा जनक सी। ਉਹਦੇ पिता ने राजे जनक का इशारा दिता कि राजा जनक है। दिल च भाव आ गया, एक राजा एक महात्मा कदी हो सकता है? जावे फिर मुड़ जावे, वापस आ जाए, निंदिया होना शुरू हो गई। फिर जावे फिर वापस आ जावे, भाव उठा के जिहड़ी शक्ति सी अंदर, ताकत सी, घटना शुरू हो गई। नारद मुनि ने सोचा ये तो हुण बेड़ा ही गर्क लगा अपना करना। एक छोटा जिहा नाला बगदा सी पानी का। नारद मुनि ने बुढ़ा रूप धारिया ते उहदे विच मिट्टी सुट्टना शुरू कर दी। जदों श्री सुखदेव जी गया, पुछण लगा बाबा इत्थे की कर रहे हैं? कहंदा मैं इस नाले नूं बन्नना है, पानी नूं इकट्ठा करना। कहंदे मूर्खा कदों दा लगा है? मेरे सवेर दा लगा है। इत्थे कोई मोड़े ताल, कोई छापे सुट, कोई कख कान उत्ते पा, फिर उत्ते मिट्टी पा, तद तेरा पानी खड़ोएगा। तेरी तो दिहाड़ी एवें गई। कहंदे कोई नहीं, मेरी एक दिहाड़ी गई है। श्री सुखदेव जी वेद व्यास का लड़का है, उसकी कई जन्मां की कमाई एवें गई है। वो राजे जनक ते भाव लैंदा है, निंदिया करदा है। श्री सुखदेव ने जदों सुनिया, गश खा के डिग पिया। उस वेले फिर चला गया। अगू राजे जनक ने हुक्म दे दिता सेवादारां नूं कि एक जोगी आ रहा है साधु,
ਇਸ ਦੁਆਰੀ ਦੇ ਥੱਲੇ ਉਹਨੂੰ ਦੁਆਰ ਦੇ ਨਾਲ ਖੜੇ ਕਰ ਦੇਣਾ, ਅੰਦਰ ਨਹੀਂ ਆਉਣ ਦੇਣਾ। ਇੱਕ ਚਾਰ ਦੁਆਰੀ ਸੀ ਜਿੱਥੇ ਖਾਣਾ ਖਾਂਦੀ ਸੀ ਸੰਗਤ, ਅਤੇ ਰਾਜਾ ਜਨਕ ਜਿਹੜਾ ਸੀ ਉਹ ਆਪ ਉਹਨਾਂ ਦੀਆਂ ਜੂਠੀਆਂ ਪੱਤਲਾਂ ਚੁੱਕਦੇ ਹੁੰਦੇ ਸਨ। ਜੂਠੀਆਂ ਪੱਤਲਾਂ ਚੁੱਕ ਕੇ ਉਸ ਦੁਆਰੀ ਰਾਹੀਂ ਸੁੱਟਦੇ ਸੀ ਬਾਹਰ। ਉੱਥੇ ਖੜਾ ਕਰ ਦਿੱਤਾ। ਇੱਕ ਦੋ ਦਿਨ ਖੜਾ ਰਿਹਾ, ਪੱਤਲਾਂ 'ਚ ਹੀ ਦੱਬਿਆ ਗਿਆ। ਫਿਰ ਰਾਜੇ ਜਨਕ ਨੇ ਪੁੱਛਿਆ ਕਿ ਜਿਹੜਾ ਸਾਧੂ ਆਇਆ ਸੀ ਉਹ ਕਿੱਥੇ ਗਿਆ? ਜੀ ਉੱਥੇ ਹੀ ਜਿੱਥੇ ਤੁਸੀਂ ਕਿਹਾ ਸੀ ਉੱਥੇ ਖੜਾ ਹੈ, ਜਾਓ ਲਿਆਓ ਉਹਨੂੰ। ਨਵਾ ਲਿਆ, ਧਵਾ ਲਿਆ, ਕੋਲ ਬਿਠਾ ਲਿਆ। ਜਿਸਲੇ ਬਿਠਾ ਲਿਆ, ਇੱਕ ਰਚਨਾ ਦੱਸ ਦਿੱਤੀ ਉਹਨੂੰ, ਉਹਦਾ ਵਿਸ਼ਵਾਸ ਦੇਖਣਾ ਸੀ। ਸ਼ਹਿਰ ਦੇ ਵਿੱਚ ਮਾਇਆ ਦੀ ਅੱਗ ਲਾ ਦਿੱਤੀ। ਰਾਜੇ ਨੂੰ ਖਬਰਾਂ ਆ ਗਈਆਂ, ਮਹਾਰਾਜ ਸ਼ਹਿਰ ਵਿੱਚ ਅੱਗ ਲੱਗੀ ਹੈ। ਅਤੇ ਰਾਜੇ ਨੇ ਕਿਹਾ, ਹਰੀ ਇੱਛਾ, ਕੋਈ ਗੱਲ ਨਹੀਂ ਮਹਾਰਾਜ, ਤੁਹਾਡੀ ਮਹੱਲਾ ਨੂੰ ਅੱਗ ਆ ਗਈ ਹੈ, ਕੋਈ ਗੱਲ ਨਹੀਂ, ਹਰੀ ਇੱਛਾ। ਮੰਜੇ ਤੋਂ ਨਹੀਂ ਉੱਠਿਆ। ਮਹਾਰਾਜ ਤੁਹਾਡੇ ਕਮਰੇ ਤੱਕ ਆ ਰਹੀ ਹੈ, ਕੋਈ ਗੱਲ ਨਹੀਂ, ਹਰੀ ਇੱਛਾ। ਅਤੇ ਉਹ ਸ੍ਰੀ ਸੁਖਦੇਵ ਜੀ ਡੰਡਾ ਫੋੜੀ ਲੈ ਕੇ ਨੱਸਣ ਲੱਗਾ। ਬਾਂਹ ਫੜ ਲਿਆ ਰਾਜੇ ਜਨਕ ਨੇ, ਉਹ ਵੱਡਿਆ ਤਿਆਗੀ ਆ, ਫੇੜੇ ਮੂੰਹ ਤੇਰੇ ਤਿਆਗ ਦਾ। ਮੇਰੇ ਸਾਰੇ ਸ਼ਹਿਰ ਨੂੰ ਅੱਗ ਲੱਗੀ ਅਤੇ ਮੈਂ ਮੰਜੇ ਤੋਂ ਨਹੀਂ ਉੱਠਿਆ। ਤੇਰੀ ਕਿਹੜੀ ਜਾਇਦਾਦ ਜਿਹੜੀ ਚਿੜਨ ਲੱਗੀ ਸੀ? ਤੂੰ ਲੈ ਕੇ ਚੱਲਿਆ ਹੈ, ਤੂੰ ਬੜਾ ਤਿਆਗੀ ਅਤੇ ਮੈਨੂੰ ਤੂੰ ਗ੍ਰਸਤੀ ਸਮਝਦਾ ਹੈ। ਬੈਠ ਜਾ ਚੁੱਪ ਕਰਕੇ। ਬੈਠ ਗਿਆ। ਰਾਜੇ ਨੇ ਇੱਕ ਥਾਲੀ 'ਚ ਪਾਣੀ ਪਾ ਕੇ ਇੱਕ ਦੀਵਾ ਜਗਾ ਕੇ ਉਸ ਨੂੰ ਦੇ ਦਿੱਤਾ। ਇਹ ਸਾਰੇ ਸ਼ਹਿਰ ਦੇ ਵਿੱਚ ਫਿਰ ਕੇ ਆ, ਪਾਣੀ ਵੀ ਡੁੱਲਣਾ ਨਹੀਂ ਚਾਹੀਦਾ ਔਰ ਦੀਵਾ ਵੀ ਬੁਝਣਾ ਨਹੀਂ ਚਾਹੀਦਾ। ਅਗਰ ਬੁਝੇਗਾ ਤਾਂ ਤੂੰ ਨਰਕਾਂ ਨੂੰ ਜਾਏਗਾ। ਸ਼ਹਿਰ ਵਿੱਚ ਹੁਕਮ ਦੇ ਦਿੱਤਾ ਕਿ ਹਰ ਜਗ੍ਹਾ 'ਤੇ ਡੈਕੋਰੇਸ਼ਨ ਕਰੋ, ਅੱਛੇ ਸੋਹਣੇ ਸੋਹਣੇ ਚੀਜ਼ਾਂ ਲਗਾਓ, ਬਾਜ਼ਾਰ ਸਜਾਓ ਸੋਹਣੇ ਸੋਹਣੇ। ਸ਼੍ਰੀ ਸੁਖਦੇਵ ਜੀ ਚਲਾ ਗਿਆ, ਸਾਰੇ ਸ਼ਹਿਰ 'ਚ ਫਿਰ ਕੇ ਆਇਆ। ਰਾਜੇ ਨੇ ਪੁੱਛਿਆ ਕਿ ਫਲਾਣੇ ਚੌਂਕ ਦੇ ਵਿੱਚ ਕਿਹੋ ਜਿਹੀ ਰੌਣਕ ਸੀ? ਜੀ ਮੈਂ ਨਹੀਂ ਦੇਖੀ। ਫਲਾਣੇ ਬਾਜ਼ਾਰ 'ਚ ਕਿਸ ਤਰ੍ਹਾਂ ਸੀ? ਜੀ ਮੈਂ ਨਹੀਂ ਦੇਖੀ। ਜਦੋਂ ਸਾਰੇ ਪੁੱਛਿਆ, ਕਹਿੰਦਾ ਮੈਂ ਦੇਖਿਆ ਨਹੀਂ ਜੀ ਉੱਧਰ। ਕਿਉਂ ਨਹੀਂ ਦੇਖਿਆ ਤੂੰ? ਕਹਿੰਦੇ ਜੇ ਮੈਂ ਦੇਖਦਾ ਤਾਂ ਥਾਲੀ 'ਚੋਂ ਪਾਣੀ ਵੀ ਡੁੱਲ ਜਾਣਾ ਸੀ ਅਤੇ ਦੀਵਾ ਵੀ ਬੁਝ ਜਾਣਾ ਸੀ। ਮੈਂ ਕੁਝ ਨਹੀਂ ਦੇਖਿਆ। ਕਹਿੰਦਾ ਫਿਰ ਇਸੇ ਤਰ੍ਹਾਂ ਇਹ ਮੇਰਾ ਰਾਜ ਪਾਠ ਜਿਹੜਾ ਹੈ ਨਾ, ਰਾਜ ਪਾਠ ਹੈਗਾ, ਮੈਂ ਵੀ ਨਹੀਂ ਦੇਖਦਾ। ਮੇਰਾ ਵੀ ਧਿਆਨ ਉਸ ਭਗਵਾਨ ਵੱਲ ਹੈ, ਉਸ ਈਸ਼ਵਰ ਵੱਲ ਮੇਰਾ ਧਿਆਨ ਹੈ। ਜਿਸ ਤਰ੍ਹਾਂ ਤੇਰਾ ਧਿਆਨ ਨਹੀਂ ਨਾ ਹੋਇਆ ਸਾਰੇ ਸ਼ਹਿਰ ਦੇ ਵਿੱਚ, ਦੀਵੇ ਵੱਲ ਰਿਹਾ ਧਿਆਨ, ਇਸ ਤਰ੍ਹਾਂ ਮੇਰਾ ਵੀ ਧਿਆਨ ਜਿਹੜਾ ਉਸ ਮਾਲਕ ਵੱਲ ਹੈ। ਇਹ ਰਾਜ ਪਾਠ ਜਿਹੜਾ ਚੱਲ ਰਿਹਾ ਹੈਗਾ, ਮੇਰਾ ਧਿਆਨ ਇੱਧਰ ਨਹੀਂ ਹੈਗਾ। ਫਿਰ ਸ੍ਰੀ ਸੁਖਦੇਵ ਨੇ ਰਾਜੇ ਜਨਕ ਪਾਸੋਂ ਨਾਮ ਲਿਆ, ਫਿਰ ਭਗਤੀ ਕੀਤੀ। ਹਾਂਜੀ। ਦਮ ਦਮ ਦੁਖੀ ਕਸ਼ਟ ਭੋਗੇ, ਸੁਨੇ ਕੌਣ ਅਬ ਬੋਹਾਰਾ, करे पुकार कारगर नाही, पड़े नरक में जाम तारा। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅਸੀਂ ਪੁਕਾਰਾਂ ਤਾਂ ਬੜੀਆਂ ਕਰਦੇ ਹਾਂ, ਪਰ ਸਾਡੀ ਪੁਕਾਰ ਸੁਣੇਗਾ ਕੌਣ? ਜਦੋਂ ਸਾਡੇ ਵਿੱਚ ਕੋਈ ਸੁਣਨ ਵਾਲਾ ਹੈ ਹੀ ਨਹੀਂ ਤੇ ਕੌਣ ਸੁਣੇਗਾ? ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਬੱਚੇ ਗਲੀਆਂ 'ਚ ਖੇਡਦੇ ਹੈ, ਜਿਸ ਬੱਚੇ ਦਾ ਮਾਂ ਪਿਓ ਹੁੰਦਾ, ਲੜ ਪੈਂਦੇ ਬੱਚੇ, ਉਹ ਆਪਣੇ ਮਾਂ ਪਿਓ ਨੂੰ ਜਾ ਕੇ ਦੱਸਦਾ ਹੈ, ਉਹ ਯਥਾ ਸ਼ਕਤੀ ਉਹਦੀ ਮਦਦ ਕਰਦਾ ਹੈ। ਜਿਸ ਬੱਚੇ ਦਾ ਕੋਈ ਮਾਂ ਪਿਓ ਨਹੀਂ ਹੈਗਾ, ਉਹ ਰੋਏਗਾ, ਕਿਹਨੂੰ ਦੱਸੇਗਾ? ਉਹ ਕਿਹਦੇ ਅੱਗੇ ਜਾ ਕੇ ਫਰਿਆਦ ਕਰੇਗਾ? ਉਹਨਾਂ ਦੀ ਮਿਸਾਲ ਇਹ ਸੀ ਕਿ ਜਿਹਦਾ ਕੋਈ ਪੀਰ ਫਕੀਰ ਹੈ ਨਹੀਂ, ਜਿਹਦਾ ਕੋਈ ਟਿਕਾਣਾ ਹੀ ਨਹੀਂ, ਅਗਰ ਦੁੱਖ ਵੀ ਹੋਏਗਾ ਤਾਂ ਕਿਹਨੂੰ ਦੱਸੇਗਾ? ਉਹ ਜਿਸ ਦਾ ਕੋਈ ਹੋਏਗਾ ਟਿਕਾਣਾ, ਕੋਈ ਦੁੱਖ ਆਏਗਾ, ਉੱਧਰ ਧਿਆਨ ਧਰੇਗਾ, ਫਰਿਆਦ ਕਰੇਗਾ,
ਕੁਛ ਨਾ ਕੁਛ ਉਸ ਨੂੰ ਸ਼ਾਂਤੀ ਆਏਗੀ, ਕੋਈ ਨਾ ਕੁਝ ਉਹਨੂੰ ਮਦਦ ਮਿਲੇਗੀ। ਪਰ ਜਦੋਂ ਸਾਡੇ ਵਿੱਚ ਕੋਈ ਹੈ ਹੀ ਨਹੀਂ, ਅਸੀਂ ਕਿਸੇ ਅੱਗੇ ਫਰਿਆਦ ਵੀ ਕਿਹਦੇ ਅੱਗੇ ਕਰਾਂਗੇ ਅਸੀਂ, ਜਦੋਂ ਸਾਡਾ ਕੋਈ ਜ਼ਿੰਮੇਵਾਰ ਹੀ ਨਹੀਂ ਹੈਗਾ। ਹਾਂਜੀ। करे पुकार कारगर नाही, पड़े नरक में जाम तारा। पटक पटक नर देही पाई, इंद्री मन मिल हमारा। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਭੜਕ ਕੇ ਅਸੀਂ ਮਨੁੱਖਾ ਜਨਮ ਵਿੱਚ ਆਏ। ਇਹ ਮਨੁੱਖਾ ਜਨਮ ਸਾਨੂੰ ਆਖਰੀ ਜਨਮ ਮਿਲਿਆ। ਜਦ ਇਸ ਜਨਮ ਵਿੱਚ ਅਸੀਂ ਆਏ, ਇੰਦਰੀਆਂ ਔਰ ਮਨ ਮਿਲਿਆ, ਅਸੀਂ ਫਿਰ ਮਾਰੇ ਗਏ। ਫਿਰ ਅਸੀਂ ਮਾਰੇ ਗਏ, ਮਨ ਦੇ ਆਖੇ ਲੱਗ ਕੇ ਅਸੀਂ ਮਾੜੇ ਕਰਮ ਕੀਤੇ। ਮਾੜੇ ਕਰਮਾਂ ਦਾ ਨਤੀਜਾ ਇਹ ਹੋਇਆ ਕਿ ਸਾਨੂੰ ਫਿਰ ਉਸੇ 84 ਵਿੱਚ ਜਾਣਾ ਪਿਆ। ਕਈ ਵਾਰ ਹਜ਼ੂਰ ਫਰਮਾਉਂਦੇ ਹੁੰਦੇ ਸੀ ਕਿ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਕਿਸੇ ਬਹੁਤ ਬੜੇ ਹਾਲ ਵਿੱਚ ਡੱਕ ਦਿਓ, ਇੱਕ ਉਸ ਦਾ ਦਰਵਾਜ਼ਾ ਹੋਵੇ, ਸਿਰ ਤੋਂ ਗੰਜਾ ਸੀ, ਅੱਖਾਂ ਤੋਂ ਅੰਨਾ ਸੀ, ਉਸ ਨੂੰ ਕਿਹਾ ਕਿ ਇਸ ਦੀਵਾਰ ਦੇ ਨਾਲ ਹੱਥ ਲਾ ਲੈ, ਜਦੋਂ ਦਰਵਾਜ਼ਾ ਆਏਗਾ ਬਾਹਰ ਨਿਕਲ ਜਾਈਂ। ਜਦੋਂ ਦਰਵਾਜ਼ਾ ਆਇਆ, ਸਿਰ ਨੂੰ ਖਾਰਿਸ਼ ਹੋਈ, ਕਰਮ ਕਿੱਥੋਂ ਲਾਏ ਬੰਦਾ? ਜਿਸ ਹੱਥ ਨਾਲ ਦੀਵਾਰ ਫੜੀ ਸੀ, ਉਸੇ ਦੀਵਾਰ ਨਾਲ ਖਾਰਿਸ਼ ਕਰਨ ਲੱਗਾ ਅਤੇ ਪੈਰਾਂ ਤੋਂ ਤੁਰਦਾ ਗਿਆ, ਦਰਵਾਜ਼ਾ ਲੰਘ ਗਿਆ। ਜਦੋਂ ਦਰਵਾਜ਼ਾ ਲੰਘ ਗਿਆ, ਫਿਰ ਚੱਕਰ ਪੂਰਾ ਹੀ ਸਾਨੂੰ ਉਹ ਚੱਕਰ ਲੈਣਾ ਪਿਆ। ਇਹ ਸਾਡੀ ਮਿਸਾਲ ਹੈ ਕਿ ਅਸੀਂ ਇਸ ਸੰਸਾਰ ਹਾਲ ਦੇ ਵਿੱਚ ਆਏ ਹਾਂ ਔਰ ਮਨੁੱਖਾ ਜਨਮ ਸਾਨੂੰ ਪਰਮਾਤਮਾ ਨੇ ਦਿੱਤਾ ਹੈ। ਹੁਣ ਇਸ ਮਨੁੱਖਾ ਜਨਮ ਦਾ ਫਾਇਦਾ ਸਾਨੂੰ ਤਦ ਹੀ ਹੈ ਕਿ ਜੇ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਉਸ ਮਾਲਕ ਦਾ ਨਾਮ ਜਪੀਏ, ਅੱਛੇ ਕੰਮ ਕਰੀਏ, ਨੇਕ ਪਾਕ ਕੰਮ ਕਰੀਏ, ਤਦ ਹੀ ਸਾਨੂੰ ਮਨੁੱਖ ਦਾ ਫਾਇਦਾ ਹੈ। ਤਦ ਹੀ ਅਸੀਂ ਇਸ ਸੰਸਾਰ ਦੇ ਵਿੱਚੋਂ, ਇਸ ਹਾਲ 'ਚੋਂ ਨਿਕਲ ਸਕਦੇ ਹਾਂ। ਅਗਰ ਮਾੜੇ ਕਰਮ ਕਰਾਂਗੇ ਤਾਂ ਫਿਰ ਸਾਨੂੰ 84 ਵਿੱਚ ਆਉਣਾ ਪਏਗਾ, ਫਿਰ 84 ਲੱਖ ਜੀਆ ਜੂਨ ਦੇ ਵਿੱਚ ਆਉਣਾ ਪਏਗਾ। ਫਿਰ ਸਾਨੂੰ ਕੁੱਤੇ ਬਿੱਲੇ, ਕੀੜੇ ਮਕੌੜੇ, ਪਸ਼ੂ ਪਰਿੰਦੇ, ਭੂਤ ਪ੍ਰੇਤ ਔਰ ਕਈ ਜਨਮਾਂ ਦੇ ਵਿੱਚ ਸਾਨੂੰ ਆਉਣਾ ਪੈਂਦਾ ਹੈਗਾ। ਬੜੇ ਬੜੇ ਦੁਖੀ ਜਨਮ ਨੇ। ਕਈ ਵਾਰ ਹਜ਼ੂਰ ਫਰਮਾਉਂਦੇ ਆ ਬਿਸ਼ਟੇ ਦੇ ਕੀੜੇ ਵੀ ਬਣਨਾ ਪੈਂਦਾ, ਉਹਨਾਂ ਵਿੱਚ ਵੀ ਰੂਹ ਹੈਗੀ ਹੈ। ਬਿਸ਼ਟੇ ਦਾ ਕੀੜਾ, ਕਿੱਥੇ ਇਨਸਾਨ, ਕਿੱਥੇ ਬਿਸ਼ਟਾ, ਕਿੱਥੇ ਇਹਨੂੰ ਖੁੱਲ੍ਹੇ ਮਕਾਨ ਅਤੇ ਖਾਣੇ ਅੱਛੇ ਅਤੇ ਕਿੱਥੇ ਬਿਸ਼ਟੇ ਦਾ ਕੀੜਾ। ਕਿਸੇ ਪਸ਼ੂਆਂ ਨੂੰ ਕੀੜੇ ਪਏ ਹੁੰਦੇ ਆ, ਤੁਸੀਂ ਦੇਖੋ ਉਹ ਰੱਤ ਪਾਕ ਦੇ ਵਿੱਚ ਜਾਂਦੇ ਆ ਕੀੜੇ, ਉਹਨਾਂ 'ਚ ਰੂਹ ਹੈਗੀ ਹੈ, ਉਹਨਾਂ ਨੂੰ ਵੀ ਉਹ ਸਜ਼ਾ ਹੈਗੀ ਹੈ। ਕਿਤਨਾ ਦੁੱਖ ਹੈ ਉਹ ਕਰਮਾਂ ਦੇ ਲਿਹਾਜ਼ ਨਾਲ। ਜੈਸੇ ਜੈਸੇ ਅਸੀਂ ਕਰਮ ਕਰਾਂਗੇ, ਐਸੀ ਸਾਨੂੰ ਸਜ਼ਾ ਮਿਲੇਗੀ। 84 ਵਿੱਚ ਵੀ ਸਾਨੂੰ ਸੁੱਖ ਮਿਲ ਸਕਦਾ ਹੈ ਕਰਮਾਂ ਦੇ ਨਾਲ। ਕਈ ਪਰਿੰਦੇ ਆ, ਉਹਨਾਂ ਨੂੰ ਚੂਰੀਆਂ ਮਿਲਦੀਆਂ ਨੇ, ਕਈ ਪਰਿੰਦੇ ਆ ਬਿਸ਼ਟਾ ਖਾਂਦੇ ਆ, ਕਈ ਕੁੱਤੇ ਬਿੱਲੇ ਆ ਗੱਡੀਆਂ 'ਚ ਜਾ ਰਹੇ ਇਹਨਾਂ ਚੰਗੇ ਖਾਣੇ ਮਿਲਦੇ ਆ, ਜਹਾਜ਼ਾਂ 'ਚ ਜਾ ਰਹੇ ਆ, ਕਈਆਂ ਦੀ ਕੋਈ ਬਾਤ ਹੀ ਨਹੀਂ ਪੁੱਛਦਾ। ਲੇਕਿਨ ਜਨਮ ਤਬਦੀਲ ਨਹੀਂ ਹੋ ਸਕਦਾ, 84 ਚੋਂ ਨਹੀਂ ਨਿਕਲ ਸਕਦਾ। ਹਾਂਜੀ। पटक पटक नर देही पाई, इंद्री मन मिलया हमारा। सतगुर संत कहें बहुत तेरा, राह बतावे 10 ਦੁਆਰਾ। ਜਦ ਵੀ ਸੰਤ ਮਹਾਂਪੁਰਖ ਆਉਂਦੇ ਹੈ, ਉਹ ਸਾਨੂੰ ਆਪਣੇ ਘਰ ਦਾ ਰਸਤਾ ਦੱਸਦੇ ਹੈ, ਲੇਕਿਨ ਅਸੀਂ ਉਹਨਾਂ ਦਾ ਕਹਿਣਾ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ, ਅਸੀਂ ਲੋਕਾਂ ਨੇ ਉਹਨਾਂ ਨੂੰ ਕੁਰਾਈਏ ਕਿਹਾ, ਅਤੇ ਉਹਨਾਂ ਦੇ ਲਾਗੇ ਇਹ ਵੀ ਇੱਕ ਪਿੰਡ ਜਾਣਾ, ਦੂਸਰੇ ਨੂੰ ਅੱਗੇ ਹੀ ਸੁਨੇਹਾ ਪਹੁੰਚ ਜਾਣਾ ਕਿ ਇਹਨਾਂ ਨੂੰ ਕਿਤੇ ਬਹਿਣ ਨਾ ਦਿਓ,
ਇਹ ਕੁਰਾਏ ਪਾਉਂਦੇ ਹੈਗੇ। ਉਹ ਰਸਤੇ ਪਾਉਂਦੇ ਸੀ, ਅਸੀਂ ਉਹਨਾਂ ਨੂੰ ਕੁਰਾਏ ਕਹਿੰਦੇ। ਜਦ ਵੀ ਸੰਤ ਮਹਾਂਪੁਰਖ ਆਏ ਹੈ, ਉਹ ਸਾਨੂੰ ਰਾਹ ਰਸਤਾ ਦੱਸਦੇ ਆ, ਅੱਛਾ ਰਸਤਾ ਦੱਸਦੇ ਹੈ, ਲੇਕਿਨ ਅਸੀਂ ਉਸ ਰਸਤੇ ਜਾਣ ਵਾਸਤੇ ਤਿਆਰ ਨਹੀਂ। ਉਹਨਾਂ ਦੀ ਕੋਈ ਗੱਲਬਾਤ ਸੁਣਦੇ ਹੀ ਨਹੀਂ। ਹਾਂਜੀ। ਸਤਿਗੁਰ ਸੰਤ ਕਹੇ ਬਹੁਤੇ ਰਾਹ, ਰਾਹ ਬਤਾਵੇ ਦਸ ਦੁਆਰਾ। ਬਚਨ ਨ ਮਾਨੇ ਕਾਨ ਨਾ ਪਕੜੇ, ਫਿਰ ਪਰਮੇ ਨੌ ਵਾਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਬਚਨ ਨਾ ਮਾਨੇ ਕਹਿਣ ਨਾ ਪਕੜੇ, ਫਿਰ ਭਾਵੇਂ ਨੌ ਵਾਰਾ। ਇਹਨਾਂ ਨਵਾਂ ਦੁਆਰਿਆਂ ਦੇ ਵਿੱਚ ਹੀ ਜੀਵ ਭਟਕਦਾ ਰਹਿੰਦਾ ਹੈ, ਇਹ ਉੱਪਰ ਨਹੀਂ ਜਾਂਦਾ, ਇਹਨਾਂ ਨਵਾਂ ਦੁਆਰਿਆਂ 'ਚੋਂ ਨਿਕਲਦਾ ਨਹੀਂ। ਪਰ ਸੰਤ ਕਹਿੰਦੇ ਆ, 9 ਦਰਵਾਜ਼ੇ ਨਵੇਂ ਦਰ ਫਿੱਕੇ, ਰਸ ਅੰਮ੍ਰਿਤ ਦਸਵੇਂ ਚੋਜੇ। ਭਾਈ ਇਹ 9 ਦਰਵਾਜ਼ੇ ਜਿਹੜੇ ਹੈ, ਇਹਨਾਂ ਦੇ ਰਸ ਸਾਰੇ ਫਿੱਕੇ ਹੈ, ਕਦੀ ਇੱਥੇ ਸੰਦੋਖ ਨਹੀਂ ਹੈਗਾ। ਤੁਸੀਂ ਅੱਖਾਂ ਵੱਲ ਦੇਖੋ, ਅੱਖਾਂ ਦਾ ਦੁਬਾਰਾ ਜ਼ਿੰਦਗੀ ਹੋ ਜਾਂਦੀ ਹੈ। ਇਸ ਨੂੰ ਦੁਨੀਆ ਨੂੰ ਦੇਖਦੇ ਹਾਂ, ਇਹ ਮੁੜ ਕੇ ਫਿਰ ਦੇਖਦਾ, ਕਦੀ ਦੇਖ ਕੇ ਰੱਜਿਆ ਹੈਗਾ, ਕਦੀ ਇਹਨਾਂ ਨੂੰ ਸੰਦੋਖ ਆਇਆ ਹੈਗਾ। ਇੱਕ ਚੀਜ਼ ਨੂੰ ਦੇਖਦੇ ਹਾਂ ਅਸੀਂ, ਫਿਰ ਮੁੜ ਕੇ ਉਹਨੂੰ ਮੁੜ ਕੇ ਦੇਖਦੇ ਹਾਂ, ਫਿਰ ਬਾਰ ਦੇਖਦੇ ਹਾਂ, ਕੀ ਇਹਨਾਂ ਨੂੰ ਸੰਦੋਖ ਆਇਆ? ਇਹ ਕੰਨਾਂ ਰਾਹੀਂ ਰੰਗ ਰਾਗ ਸੁਣਦੇ ਹਾਂ, ਸਾਡੀ ਉਮਰ ਲੰਘ ਗਈ ਹੈ, ਕੀ ਇਹਨਾਂ ਨੂੰ ਕੋਈ ਸੰਦੋਖ ਆਇਆ? ਇਸੇ ਬਾਰੇ ਸੰਤ ਫਰਮਾਉਂਦੇ ਹੈ, ਇਹ 9 ਦਰਵਾਜ਼ੇ ਨਵੇਂ ਦਰ ਫਿੱਕੇ, ਰਸ ਅੰਮ੍ਰਿਤ ਦਸਵੇਂ ਚੋਜੇ। ਭਾਈ ਉਹ ਜਿਹੜਾ ਅੰਮ੍ਰਿਤ, ਉਹ ਜਿਹੜਾ ਸਵਾਦ ਜਿਸ ਚੀਜ਼ ਆਉਣਾ, ਉਹ ਉੱਪਰ ਹੈ ਨਵਾਂ ਤੋਂ। ਇਹ 9 ਦਰਵਾਜ਼ੇ ਖਾਲੀ ਸਾਨੂੰ ਕਰਨਾ ਹੀ ਪੈਣੇ ਹੈ। ਪਰ ਇਹ ਵੀ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਸਿਮਰਨ ਦੇ ਜ਼ਰੀਏ। ਜਿਉਂ ਸਿਮਰਨ ਕਰਾਂਗੇ, ਜੋ ਮੁਰਸ਼ਿਦ ਦੱਸੇਗਾ, ਅਸੀਂ ਇਹਨਾਂ ਦਰਵਾਜ਼ਿਆਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ। ਜਿਤਨਾ ਸਿਮਰਨ ਕਰਾਂਗੇ, ਇਤਨੇ ਅਸੀਂ ਇਹਨਾਂ ਦੇ ਰੰਗ ਜਿਹੜੇ ਸਾਨੂੰ ਫਿੱਕੇ ਭਾਸਣਗੇ, ਇਹ ਸਾਨੂੰ ਰੰਗ ਪਸੰਦ ਨਹੀਂ ਆਉਣਗੇ, ਇਹਨਾਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ। ਅਗਰ ਅਸੀਂ ਸਿਮਰਨ ਕਰਦੇ ਨਹੀਂ, ਤਾਂ ਅਸੀਂ ਫਿਰ ਨਵਾਂ ਦਰਵਾਜ਼ਿਆਂ ਦੇ ਵਿੱਚ ਹੀ ਫਸਾਂਗੇ ਆ ਕੇ। ਹਾਂਜੀ। ਬਚਨ ਨਾ ਮਾਨੇ ਕਾਨ ਨਾ ਪਕੜੇ, ਫਿਰ ਪਰਮੇ ਨੌ ਵਾਰਾ। ਫੋਕਟ ਧਰਮ ਪਕੜ ਕਰ ਜੂਝੇ, ਬੂਝੇ ਨਾ ਸ਼ਬਦ ਜੁਗਤ ਪਾਰਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਫੋਕਟ ਕਹਿੰਦੇ ਹੈ ਕਿ ਜਿਸ ਚੀਜ਼ ਵਿੱਚੋਂ ਰਸ ਨਿਕਲ ਗਿਆ, ਰਸ ਨਿਕਲ ਚੁੱਕਾ ਹੈ, ਅਸੀਂ ਉਸ ਚੀਜ਼ ਨੂੰ ਵਰਤ ਰਹੇ ਹਾਂ। ਜਿਹਦੇ ਵਿੱਚ ਰਸ ਹੈ ਨਹੀਂ, ਜਿਸ ਗੰਨੇ 'ਚੋਂ ਰਸ ਨਿਕਲ ਗਿਆ, ਉਹਦੀਆਂ ਉਸ ਚਬਾਕੀਆਂ ਅਸੀਂ ਚਾਹਾਂਗੇ ਜਾਂ ਖਾਵਾਂਗੇ ਤਾਂ ਕੀ ਸਾਨੂੰ ਰਸ ਮਿਲੇਗਾ? ਜਿਸ ਫਰੂਟ 'ਚੋਂ ਰਸ ਨਿਕਲ ਗਿਆ, ਅਸੀਂ ਉਹਦੇ ਫੋਕ ਨੂੰ ਖਾਵਾਂਗੇ, ਕਿਆ ਸਾਨੂੰ ਸਵਾਦ ਆਏਗਾ? ਇਹ ਕਰਮ ਅਸੀਂ ਕਰ ਰਹੇ ਹਾਂ। ਜਿਹੜਾ ਅਸਲੀ ਕਰਮ ਜਿਹਦੇ ਵਿੱਚੋਂ ਸਾਨੂੰ ਸਵਾਦ ਆਉਣਾ ਹੈ, ਉਹਦੇ ਵਾਸਤੇ ਕੁਛ ਸਾਨੂੰ ਮਿਹਨਤ ਕਰਨਾ ਪੈਂਦੀ ਹੈ, ਫਿਰ ਸਾਨੂੰ ਸਵਾਦ ਆਏਗਾ। ਉਹਦੇ ਵਾਸਤੇ ਸਾਨੂੰ ਮਿਹਨਤ ਕਰਨਾ ਪੈਂਦੀ ਹੈ। ਮਿਹਨਤ ਕਰਾਂਗੇ, ਫਿਰ ਉਹਦੇ 'ਚੋਂ ਸਵਾਦ ਸਾਨੂੰ ਆਏਗਾ। ਉਹ ਅਸਲੀ ਹੈ ਸ਼ਬਦ ਜਿਹੜਾ ਸਾਡੇ ਅੰਦਰ ਹੈ। ਜਿਉਂ ਅਸੀਂ ਉਹਦੀ ਮਿਹਨਤ ਕਰਾਂਗੇ, ਸਾਨੂੰ ਉਹਦਾ ਨਜ਼ਾਰਾ, ਉਹਦਾ ਸਵਾਦ ਆਉਣਾ ਸ਼ੁਰੂ ਹੋ ਜਾਏਗਾ। ਹਾਂਜੀ। ਫੋਕਟ ਧਰਮ ਪਕੜ ਕਰ ਜੂਝੇ, ਬੂਝੇ ਨਾ ਸ਼ਬਦ ਜੁਗਤ ਪਾਰਾ। ਪਾਣੀ ਮਥੇ ਹਾਥ ਕੁਛ ਨਾਹੀ, ਖੀਰ
ਮਥਨ ਆਲਸ ਪਾਰਾ। ਗੁਰੂ ਸਾਹਿਬ ਜੀ ਇਹ ਮਿਸਾਲ ਦੇ ਰਹੇ ਹੈ ਸਾਡੀ ਕਿ ਜੋ ਅਸੀਂ ਕਰਮ ਕਰਦੇ ਹਾਂ, ਅਸੀਂ ਪਾਣੀ ਮੱਥ ਰਹੇ ਹਾਂ, ਪਾਣੀ ਨੂੰ ਰਿੜਕ ਰਹੇ ਹਾਂ। ਪਾਣੀ ਦੇ ਵਿੱਚੋਂ ਮੱਖਣ ਘਿਓ ਨਹੀਂ ਨਿਕਲਣਾ, ਸਿਰਫ ਰਿੜਕੀ ਜਾਓ, ਸਾਰੀ ਉਮਰ ਰਿੜਕੀ ਜਾਓ, ਕੁਛ ਵੀ ਨਹੀਂ ਇਹਦੇ ਵਿੱਚੋਂ ਨਿਕਲਣਾ। ਲੇਕਿਨ ਜਿਹਦੇ ਵਿੱਚੋਂ ਤਰੀ, ਜਿਹਦੇ ਵਿੱਚੋਂ ਅਸਲ ਚੀਜ਼ ਨਿਕਲਣੀ ਹੈ, ਉਹ ਦੁੱਧ ਦਹੀਂ ਹੈ। ਉਹਦੇ ਬਾਰੇ ਵੀ ਸਾਨੂੰ ਸੋਚਣਾ ਹੈ ਕਿ ਜਿੱਥੋਂ ਉਹ ਦੁੱਧ ਆਉਣਾ ਹੈ, ਪਹਿਲਾਂ ਅਸੀਂ ਉਹਦੀ ਸੇਵਾ ਕਰਾਂਗੇ, ਉਹਦੇ ਵਿੱਚੋਂ ਦੁੱਧ ਮਿਲੇਗਾ। ਫਿਰ ਉਸ ਨੂੰ ਅਸੀਂ ਅਗਨ ਦੇ ਉੱਤੇ ਗਰਮ ਕਰਾਂਗੇ। ਗਰਮ ਕਰਨ ਦਾ ਵੀ ਤਰੀਕਾ ਹੈ, ਉਹਦੇ ਹਿਸਾਬ ਨਾਲ ਕਰਾਂਗੇ। ਫਿਰ ਉਸ ਨੂੰ ਅਸੀਂ ਖੱਟਾ ਲਾਵਾਂਗੇ, ਅਤੇ ਖੱਟਾ ਲਾਉਣ ਦਾ ਵੀ ਉਹਦਾ ਹਿਸਾਬ ਹੈ। ਭਾਂਡਾ ਸਾਫ਼ ਚਾਹੀਦਾ, ਬਿਲਕੁਲ ਪਵਿੱਤਰ ਭਾਂਡਾ ਹੋਵੇ, ਸਾਫ਼ ਹੋਏਗਾ। ਅਗਰ ਗੰਦਾ ਭਾਂਡਾ ਹੋਏਗਾ तो सारा दूध खराब हो जाएगा। अगर साफ़ होएगा तो खट्टा हिसाब का लगेगा, ਉਹਦਾ दही बन जाएगा। फिर उस दे रिड़कण वास्ते भी सानू अकल चाहिए। बहुत सारे कई ऐसे ਜਦੋਂ जगदम पानी ज़्यादा पा दो ਉਹਦੇ ਚੋਂ मक्खन नहीं निकलेगा, कोई मक्खन नहीं निकलेगा ਉਹਦੇ ਚੋਂ, ਉਹ ਪਾਣੀ ਦੇ ਵਿੱਚ ਰਲ ਜਾਏਗਾ ਸਭ ਕੁਝ। ਉਹਦੇ ਬਾਰੇ ਵੀ ਸਾਨੂੰ ਅਕਲ ਚਾਹੀਦੀ ਹੈ कि तरीके नाल असी उस नूं रिड़कना है। आस्ते आस्ते पानी पा के थोड़ा थोड़ा पा के उन्होंने रिड़कांगे, उहदा मक्खन उपर आ जाएगा, पानी थल्ले रह जाएगा। वो मक्खन जिहड़ा फिर असी उहदे विचों कढ़ लेना है। उस विच भी मैल है, हाली वो भी पवित्र नहीं होया, वो भी साफ नहीं होया, उहदे विच भी मैल है। उन्होंने फिर सानू अग ते चाढ़ना पएगा। अग दे नाल फिर ਉਹਦੇ ਵਿੱਚ ਜਿਹੜੀ ਮੈਲ ਉਹ ਸੜ ਜਾਏਗੀ, ਅਤੇ ਉਸ ਨੂੰ ਪੁਣ ਕੇ ਅਸੀਂ ਕਿਸੇ ਭਾਂਡੇ 'ਚ ਪਾ ਦਿਓ, ਭਾਵੇਂ ਸਾਲ ਭਰ ਰੱਖੋ, ਤੁਸੀਂ 2 ਸਾਲ ਰੱਖੋ, ਕੁਛ ਫਰਕ ਨਹੀਂ ਪੈਂਦਾ, ਉਹ ਫਿਰ ਅਸਲ ਚੀਜ਼ ਬਣ ਜਾਂਦੀ ਹੈ। ਇਸੇ ਤਰ੍ਹਾਂ ਫਕੀਰ ਜਿਹੜੇ ਹੈ ਉਹ ਨਾਮ ਜਪਦੇ ਹੈ, ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਅੰਦਰ ਜਿਹੜੀ ਮੈਲ ਹੁੰਦੀ ਹੈ, ਉਹ ਮੈਲ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਅਤੇ ਅਸਲ ਉਹਨਾਂ ਦੇ ਅੰਦਰ ਜਤ ਸਤ ਆ ਜਾਂਦਾ ਹੈ, ਸੀਲ ਸੰਦੋਖ ਆ ਜਾਂਦਾ ਹੈ, ਉਹ ਫਿਰ ਪਵਿੱਤਰ ਸਾਫ਼ ਚੀਜ਼ ਹੋ ਜਾਂਦੀ ਹੈ। ਹੁਣ ਗੁਰੂ ਸਾਹਿਬ ਜੀ ਜਿਹੜੀ ਬਾਣੀ ਦੱਸ ਰਿਹਾ ਹੈ ਕਿ ਪਾਣੀ ਅਸੀਂ ਮਸਦੇ ਰਹੀਏ, ਗੱਲਾਂ ਬਾਤਾਂ ਕਰਦੇ ਰਹੀਏ, ਅਤੇ ਗੱਲਾਂ ਬਾਤਾਂ ਨਾਲ ਤਾਂ ਪਰਮਾਤਮਾ ਨੇ ਖੁਸ਼ ਨਹੀਂ ਹੋਣਾ। ਗੱਲਾਂ ਨਾਲ ਨਹੀਂ ਪਤੀਂਦਾ ਨਹੀਂ ਰਾਮ ਜਾਣਾ। ਇਹ ਜਿੱਦਾਂ ਪਾਣੀ ਮੱਥਣਾ ਹੈ, ਗੱਲਾਂ ਕਰਨੀਆਂ ਨੇ, ਗੱਲਾਂ ਕੁਛ ਹੋਰ ਨੇ, ਮਿਹਨਤ ਕੁਛ ਹੋਰ ਹੈ। ਅਸੀਂ ਉਹ ਮਿਹਨਤ ਕਰੀਏ, ਫਿਰ ਉਸ ਮਿਹਨਤ ਦੇ ਨਾਲ ਸਾਡੇ ਅੰਦਰ ਉਹ ਸ਼ਬਦ ਜਿਹੜਾ ਪ੍ਰਗਟ ਹੋਏਗਾ, ਉਹਦੀ ਲੱਜਤ ਔਰ ਸਵਾਦ ਜਿਹੜਾ ਹੈ, ਉਹ ਦੁਨੀਆ 'ਚ ਕੋਈ ਵੀ ਵਸਤੂ ਨਹੀਂ ਐਸੀ ਕਿ ਜਿਹਦਾ ਸਵਾਦ ਉਹਦੇ ਨਾਲ ਮੁਕਾਬਲਾ ਕਰ ਸਕਦਾ। ਇਹ ਬਾਬੇ ਫਰੀਦ ਨੇ ਬਾਣੀ 'ਚ ਫਰਮਾਇਆ, ਖੰਡ ਸ਼ੱਕਰ ਗੁੜ ਮਾਖਿਓ ਮਾਝਾ ਦੁੱਧ, ਇਹ ਸਭੋ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਦੁਨੀਆ ਦੀਆਂ ਚੀਜ਼ਾਂ ਸਾਰੀਆਂ ਮਿੱਠੀਆਂ ਹੈਗੀਆਂ, ਪਰ ਹੈ ਪਰਮਾਤਮਾ ਜਿਹੜਾ ਤੇਰਾ ਨਾਮ ਮਿੱਠਾ ਹੈ, ਤੇਰੇ ਨਾਮ ਦੇ ਵਿੱਚ ਸਵਾਦ ਹੈ, ਤੇਰੇ ਨਾਮ ਦੇ ਵਿੱਚ ਜਿਹੜਾ ਸੁੱਖ ਹੈ, ਉਹ ਦੁਨੀਆ ਦੀ ਚੀਜ਼ਾਂ 'ਚੋਂ ਨਹੀਂ ਮਿਲ ਸਕਦਾ। ਲੇਕਿਨ ਉਹਦੇ ਵਿੱਚ ਸਾਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ, ਮਿਹਨਤ ਦੀ ਜ਼ਰੂਰਤ ਹੈ। ਹਾਂਜੀ। पानी मथे हाथ कुछ नाही, खीर मथन आलस पारा। कई बार ये साखी सुनाई है कि माया का और एक महात्मा का बहस मुहासा होया। असी पानी वाल बड़े छेती जाते हैं, जिहड़ी असल चीज़ है उत्थों भुल जाते हैं। माया ने कहा कि मेरे श्रद्धालु जिहड़े है वो बड़े विश्वास वाले है। महात्मा नूं भी कुछ अपने आप च विश्वास सी कि जिहड़े मेरे श्रद्धालु ने वो विश्वास वाले है। माया ने कहा कि चलो उन्हां दी ट्राई कर लईए, देखिए। महात्मा एक सिख दे घर चला गया, भाई सिख मैं तेरे घर 1-2 दिन रहना है। कहने लगे जी बड़ी खुशी नाल रहो, असी जथा शक्ति तुहाड़ी सेवा करांगे।
पर जिस कमरे दे विच मैं रहना मैं उसे विच रहना, ਉਹਨੂੰ ਤਬਦੀਲ नहीं करना, क्योंकि महात्मा ने तो भजन करना सी, गल्लां बातां दा ते मजबून कोई नहीं। उन्हें भजन करना, उन्होंने पता है पिछे पिछे माया आ रही है। माया ने भी जोगन रूप बनाया, वो भी आ गई। कहन लगी भाई सिखा मैं तेरे घर एक दो दिन रहना है। कहते जी रहो, असी तुहानू भी कमरा दे देने, जदा सकती तुहाड़ी भी सेवा करांगे। माया ने कहा कि मैनू रसो के भांडे दे दे, मैं नवे भांडिया च रोज़ आपे ही खाना बनाउनी है। खाना की बनाना सी, उन्हें भांडे सोने के बना दिते। हुण देखो पानी रिड़कन लगा जे सिख, पानी वाल जान लगा जे जिहड़ी असल चीज़ सी उदों मन तोड़ दिता, विश्वास घट गया तो दूसरे पासे विश्वास हो गया। सोने के भांडे बना दिते। जिहड़ा महात्मा का पूरा रुपया प्यार सी महात्मा दे नाल उस सिख दा, उहदे विचों 4 ने प्यार घट गया। सानू हाली ये भी पता नहीं कि प्यार कहंदे किनू ने। प्यार साडी बिरती है, जिस जगह ते साडी बिरती बिल्कुल टिकी रहेगी साडा प्यार मुकम्मल रहेगा। अगर साडी बिरती अगे पिछे होंदी है तो साडा प्यार टुट गया, फर्क पै जांदा हैगा। गड्डी किसी सड़क चों अगे पिछे हो जाएगी, टोए च पै जाएगी। दूसरे दिन भी उसने भांडे बनाए सोने दे ते उन्होंने दे दिते। तो महात्मा का जिहड़ा प्यार सी 8 आने रह गया। 8 आने प्यार भांडियां वाल चला गया। सिख ने सोचा, नाल ये भी सोचा कि महात्मा जे चला भी जाए तो कोई फर्क नहीं पैन लगा, ये नहीं जोगन नहीं जानी चाहिए, ये सोने के भांडे बनाउंदी है। पर मूर्ख नूं ये नहीं पता लगा कि पहला क्यों नहीं बनाना आई है। ये महात्मा के पिछे जो आई है तो पहला क्यों नहीं सोने के भांडे बनाना आई, इत्थे आके भुल गया। तीसरे दिन भी उसने सोने के भांडे बना के दे दिते, चौथे दिन भी दे दिते। महात्मा का प्यार जिहड़ा सी सारा ही मुक गया। उधर ध्यान हो गया भांडियां वाल। तो जोगन ने कहा भाई सिखा, जिस कमरे विच महात्मा रहिंदा है वो कमरा मैनू दे दे, जे तू नहीं देना तो फिर मैं चले जाना। कहने लगा नहीं जी तुसी ना जाओ, महात्मा चला जाए तो चला जाए, कोई गल नहीं, ये करदा भी कख नहीं, अंदर बड़िया हैगा। तो ये नहीं पता भी कला सारी महात्मा की चल रही है, अंदर बड़िया जिहड़ा वो कुछ कर रहा है। महात्मा नूं कहन लगा महात्मा जी ये कमरा तुसीं छड्ड दिओ तो दूसरे कमरे 'च हो जाओ। महात्मा ने कहा मैं तेरे नाल वायदा किया मैं इसे कमरे 'च रहना। कहन लगे जी कोई गल नहीं, तुसी इन्नी जिद ना करो, कमरे किहड़े तुसी आप बनाए हैगे, असीं बनाए हैगे, तुसी इन्नी जिद क्यों करदे हो। महात्मा ने सोचा हुण इहदा विश्वास खत्म हो गया, प्यार खत्म हो गया। महात्मा ने अपना बोरी बिस्तरा चुक्या तो चला गया। पिछे पिछे जोगन ने भी अपने चला गई। ना सोने के भांडे रहे, ना महात्मा का प्यार रहा। पानी रड़कन वाल हो गया, पानी मिल गया, जिहड़ी असल चीज़ सी वो चला गई। इस वास्ते असी पानी जिहड़ा मुफ्त, जिहड़ा जिथे कुछ लगना नहीं, कोई टाइम नहीं लगना, कोई जोर नहीं लगना, वो काम असी करते हैं जिहदे चों लभना कख नहीं। जिस विचों सानू कुछ लभना है वो असी करते नहीं। वो शब्द दस रहे गुरु साहब जी कि शब्द नूं असी बसार देने आ, जो मुरशद काम दसदा है उस नूं असी करते नहीं। असी दूसरे जिहड़े फजूल काम होंदे है वो असी करना शुरू कर देने हैं। हाँ जी। पानी मथे हाथ कुछ नाही, खीर मथन आलस पहारा, जीव अपाग कहूँ मैं क्या क्या, बाहर पर में पौजारा।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਇਸ ਜੀਵ ਦੇ ਮੈਂ ਕੀ ਭਾਗ ਦੱਸਾਂ, ਇਹ ਬਾਰ ਹੀ ਭਰਮ ਰਿਹਾ। ਸੈਂਤ ਇਹਨੂੰ ਅੰਦਰ ਨੂੰ ਲੈਂਦੇ ਹੈ, ਇਹ ਬਾਹਰ ਨੂੰ ਜਾਂਦਾ ਹੈ। ਤੋ ਬਾਹਰ ਸੁੱਖ ਨਹੀਂ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਜਦੋਂ ਬੱਦਲ ਮੀਂਹ ਪੈਂਦਾ ਹੈ, ਹਨੇਰੀ ਆਉਂਦੀ ਹੈ, ਤੇ ਦੌੜ ਕੇ ਬੰਦਾ ਆਪਣੇ ਅੰਦਰ ਵੜਦਾ ਹੈ। ਜਿਹੜਾ ਅੰਦਰ ਵੜ ਜਾਂਦਾ ਉਹ ਆਰਾਮ ਨਾਲ ਬਹਿ ਜਾਂਦਾ, ਉਹਨੂੰ ਸੁੱਖ ਮਿਲ ਜਾਂਦਾ ਹੈ। ਜਿਹੜਾ ਬਾਹਰ ਭੇਜਦਾ ਹੈ ਉਹਨੂੰ ਕੋਈ ਸੁੱਖ ਮਿਲਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਫਕੀਰ ਅੱਖ ਮੀਟ ਕੇ ਆਪਣੀ ਸੁਰਤ ਨੂੰ ਅੰਦਰ ਲੈ ਜਾਂਦੇ ਹੈ, ਉਹ ਸੁੱਖ ਲੈ ਲੈਂਦੇ ਹੈ, ਅਸੀਂ ਬਾਰ ਧੱਕੇ ਖਾਂਦੇ ਰਹਿੰਦੇ ਹਾਂ। ਹੁਸਨ ਹੁਸੈਨ ਫਕੀਰ ਜਿਹੜਾ ਹੋਇਆ, ਹੁਸਨ ਹੁਸੈਨ ਫਕੀਰ ਹੋਇਆ ਮੁਸਲਮਾਨ, ਅਤੇ 18,000 ਆਲਮ ਫਾਜ਼ਲ ਇੱਕ ਮਸਲਾ ਲੈ ਕੇ ਆ ਗਏ ਕਿ ਸਾਡੇ ਮਸਲਿਆਂ ਦਾ ਜਵਾਬ ਦੇ, ਨਹੀਂ ਤਾਂ ਅਸੀਂ ਤੈਨੂੰ ਮਾਰ ਦੇਣਾ ਹੈ। ਉਸ ਨੇ ਕਿਹਾ ਕਿ 5 ਮਿੰਟ ਮੋਹਲਤ ਦਿਓ। 5 ਮਿੰਟਾਂ ਦੇ ਵਿੱਚ ਉਹਨੇ ਆਪਣਾ ਧਿਆਨ ਅੰਦਰ ਲੈ ਗਿਆ, ਜ਼ਮੀਨ 'ਤੇ ਡਿੱਗ ਪਿਆ। ਜਿਸ ਨੇ ਜੋ ਕੁਛ ਵੀ ਮਾਰਿਆ ਉਹਨੂੰ ਵਾਪਸ ਲੱਗਾ। 18,000 ਆਲਮ ਜਿਹੜਾ ਸੀ, ਆਏ ਸੀ ਬੰਦੇ ਜਿਹੜੇ ਸਭ ਵਾਪਸ ਇੱਦਾਂ ਡਿੱਗੇ ਪਏ ਸੀ। ਕਿਸੇ ਦਾ ਸਿਰ ਪਾਟਾ, ਕਿਸੇ ਦੀ ਬਾਂਹ ਟੁੱਟੀ, ਕਿਸੇ ਦਾ ਕੁਝ ਹੋਇਆ। ਜੋ ਕਿਸੇ ਨੇ ਮਾਰਿਆ ਉਸ ਨੂੰ ਵਾਪਸ ਲੱਗਾ। ਜੇ ਲੱਖ ਖੋਲੀ ਤੇ 18,000 ਹੀ ਉੱਦਾਂ ਪਿਆ। ਉਸ ਦਿਨ ਦੇ ਉੱਤੇ ਹੁਣ ਮੁਸਲਮਾਨ ਜਿਹੜੇ ਉਹ ਹੂਸੇ ਪਿੱਟਦੇ ਹੈ, ਛੁਰੀਆਂ ਪਾ ਕੇ। ਕਈ ਬੰਦੇ ਉਸ ਦਿਨ 'ਤੇ ਮਰ ਵੀ ਜਾਂਦੇ ਹੈ। ਉਹਨਾਂ ਨੇ ਕੀ ਬਣਾਇਆ ਕਿ ਜਿਹੜਾ ਇਸ ਦਿਨ 'ਤੇ ਮਰੇਗਾ ਬੇਇੱਜ਼ਤਾਂ ਨੂੰ ਜਾਏਗਾ। ਸਾਨੂੰ ਸੋਚ ਤੋਂ ਬਾਹਰ ਜੋ ਵੀ ਅਸੀਂ ਕੰਮ ਕਰਦੇ ਹਾਂ, ਸਾਨੂੰ ਮਿਲਦਾ ਕੁਛ ਨਹੀਂ ਹੈਗਾ। ਸਾਨੂੰ ਇਹ ਨਹੀਂ ਅਕਲ ਆਈ ਕਿ ਜਿਸ ਨੇ ਸਾਨੂੰ ਬੇਇੱਜ਼ਤਾਂ 'ਚ ਲੈਣਾ ਸੀ ਉਹਨੂੰ ਤਾਂ ਅਸੀਂ ਮਾਰਨ ਗਏ ਸਾਂ। ਉਹਨੂੰ ਤਾਂ ਮਾਰਨ ਗਏ ਸੀ ਜਿਹਨੇ ਬੇਇੱਜ਼ਤਾਂ ਨੂੰ ਲੈਣਾ ਹੈ, ਅਤੇ ਅਸੀਂ ਕਿੱਦਾਂ ਬੇਇੱਜ਼ਤਾਂ ਨੂੰ ਜਾ ਸਕਾਂਗੇ? ਅਸੀਂ ਤਾਂ ਉਹਨੂੰ ਮਾਰਨ ਗਏ ਸੀ, ਅਤੇ ਬੇਇੱਜ਼ਤਾਂ ਨੂੰ ਦੇਣ ਤਾਂ ਨਹੀਂ ਲੈ ਸਕਦਾ ਵੀ। ਬੇਇੱਜ਼ਤਾਂ ਨੂੰ ਤਾਂ ਉਸ ਨੇ ਲੈਣਾ ਸੀ, ਕਮਾਈ ਵਾਲੇ ਪੁਰਸ਼ ਨੇ। ਹੁਣ ਉਸ ਦਿਨ ਦੇ ਉੱਤੇ ਇੱਕ ਸ਼ਰ੍ਹਾ ਬਣਾ ਲਈ, ਆਪਣੇ ਇੱਕ ਲਾਈਨ ਬਣਾ ਲਈ ਕਿ ਇਸ ਦਿਨ ਦੇ ਉੱਤੇ ਜਿਹੜਾ ਬੰਦਾ ਮਰੇਗਾ ਉਹ ਬੇਇੱਜ਼ਤਾਂ ਨੂੰ ਜਾਏਗਾ। ਛੁਰੀਆਂ ਪਾਈਆਂ ਹੁੰਦੀਆਂ ਗਲ ਦੇ ਵਿੱਚ, ਪਿੱਟਦੇ ਹੈ, ਖੋਂਦੇ ਹੈ। ਕਈ ਬੰਦੇ ਮਰ ਵੀ ਜਾਂਦੇ ਹੈ, ਕਈ ਜ਼ਖਮੀ ਹੋ ਜਾਂਦੇ ਹੈਗੇ ਹੈ। ਲੇਕਿਨ ਉਹ ਆਪਣੀ ਸੁਰਤ ਨੂੰ ਅੰਦਰ ਲੈ ਗਏ। ਉਹਨਾਂ ਨੂੰ ਕੋਈ ਵੀ, ਨਾ ਕੋਈ ਪੱਥਰ ਵੱਜਾ, ਨਾ ਕੋਈ ਕੁਹਾੜੀ ਵੱਜੀ, ਨਾ ਕੋਈ ਟਕੂਆ ਵੱਜਾ, ਕੁਛ ਨਹੀਂ ਵੱਜਾ। ਜਿਸ ਤਰ੍ਹਾਂ ਬੜੇ ਪੱਥਰ ਉੱਤੇ ਛੋਟਾ ਪੱਥਰ ਮਾਰੋ ਅਤੇ ਪੜ੍ਹ ਕੇ ਜਿਹੜਾ ਮਾਰਦਾ ਉਹਦੇ ਉੱਤੇ ਹੀ ਜਾਂਦਾ ਹੈਗਾ। ਉਹਨਾਂ ਨੂੰ ਕੁਛ ਨਹੀਂ ਹੋਇਆ, ਉਹਨੇ ਜ਼ਰੂਰ ਅੰਦਰ ਚਲਾ ਗਈ। ਇਸੇ ਤਰ੍ਹਾਂ ਅਸੀਂ ਬਾਹਰ ਦੇ ਦੁੱਖ ਸਹਿੰਦੇ ਰਹਿੰਦੇ ਹਾਂ, ਅੰਦਰ ਨਹੀਂ ਜਾਂਦੇ। ਸੰਤ ਕਹਿੰਦੇ ਆਪਣੇ ਅੰਦਰ ਵੜੋ, ਆਪਣੇ ਅੰਦਰ ਨਜ਼ਾਰਾ ਲਾਓ। ਤੁਸੀਂ ਬਾਹਰ ਦੇ ਦੁੱਖਾਂ 'ਚ ਕਿਉਂ ਫਸਦੇ ਹੋ? ਹਾਂਜੀ। जीव अभाग कहूँ मैं क्या क्या, बाहर पर में पौजारा, अंतर्मुख जो शब्द कमाई, तामे मन को नहीं गारा। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਅੰਤਰਮੁਖ ਜੋ ਸ਼ਬਦ ਕਮਾਈ ਹੈ, ਅਸੀਂ ਉਹਦੇ 'ਤੇ ਮਨ ਨੂੰ ਗਾਰਿਆ ਨਹੀਂ। ਗਾਰਨ ਦਾ ਹਰ ਬੰਦੇ ਨੂੰ ਪਤਾ ਨਹੀਂ ਵੀ ਗਾਰਨ ਕਿਸ ਨੂੰ ਕਿਹਾ ਜਾਂਦਾ ਹੈ। ਇਹ ਆਮ ਜ਼ਿਮੀਂਦਾਰ ਪੇਸ਼ੇ ਨੂੰ ਪਤਾ ਹੈ, ਜਾਂ ਕੋਈ ਬੜੇ ਬਗੀਚਿਆਂ ਦੇ ਠੇਕੇਦਾਰ ਹੁੰਦੇ ਆ ਉਹਨਾਂ ਨੂੰ ਪਤਾ ਹੈ। ਜਿਹੜੇ ਬਹੁਤ ਸਾਰੇ ਫਰੂਟ ਨੇ ਉਹਨਾਂ ਨੂੰ ਵੀ ਗਾਰਦੇ ਹੈ। ਕਈ ਫਰੂਟ ਐਸੇ ਹੈ ਕਿ ਉਹਨਾਂ ਨੂੰ ਵੀ ਇੱਕ ਜਗ੍ਹਾ 'ਤੇ ਰੱਖ ਕੇ ਉਹਦੇ ਉੱਤੇ ਵਜਨ ਪਾ ਦਿੰਦੇ ਹੈ, ਉਹ ਕੱਚੇ ਤੋੜ ਕੇ ਫਿਰ ਉਹ ਪੱਕ ਜਾਂਦੇ ਹੈ। ਜ਼ਿਮੀਂਦਾਰ ਪੇਸ਼ੇ ਨੂੰ ਵੀ ਪਤਾ ਹੈ ਕਿ ਕਈ ਫਸਲ ਐਸੇ ਹੈ ਕਿ ਜਿਹੜੇ ਪਾਣੀ ਦੇ ਵਿੱਚ ਰੱਖ ਕੇ ਉਹਦੇ ਉੱਤੇ ਵਜਨ ਪਾ ਕੇ ਅਤੇ ਉਹਨੂੰ ਡੋਬ ਰੱਖਦੇ ਆ ਵਿੱਚ,
ਉਹਦੇ ਦਿਨ ਗਿਣੇ ਹੁੰਦੇ ਆ ਵੀ ਇੰਨੇ ਦਿਨਾਂ ਨੂੰ ਇਸ ਨੇ ਠੀਕ ਹੋ ਜਾਣਾ ਅਤੇ ਇਹਦੇ ਵਿੱਚੋਂ ਫਾਇਦਾ ਹੋ ਜਾਣਾ ਹੈਗਾ। ਇਸੇ ਤਰ੍ਹਾਂ ਅਸੀਂ ਵੀ ਮਨ ਨੂੰ ਗਾਰਨਾ ਹੈ। ਮਨ ਨੂੰ ਕਿਸ ਤਰੀਕੇ ਨਾਲ ਅਸੀਂ ਗਾਰਨਾ ਹੈ ਕਿ ਅਸੀਂ ਜਿਹੜਾ ਸਿਮਰਨ ਸੰਤ ਦੱਸਦੇ ਆ ਸਾਨੂੰ, ਅਸੀਂ ਉਹ ਸਿਮਰਨ ਕਰਨਾ ਹੈ। ਉਸ ਸਿਮਰਨ ਦੇ ਦਬਾਅ ਦੇ ਥੱਲੇ ਅਸੀਂ ਮਨ ਨੂੰ ਰੱਖਣਾ ਹੈ ਤਾਂ ਕਿ ਇਹਦੇ ਵਿੱਚੋਂ ਨਿਕਲੇ ਨਾ ਬਾਹਰ। ਜਦੋਂ ਇਹ ਪਾਸੇ 'ਤੇ ਗਿਆ ਕੋਈ ਨਾ ਕੋਈ ਬਾਦੀ ਕਰੇਗਾ, ਕੋਈ ਨਾ ਕੋਈ ਗਲਤ ਕੰਮ ਕਰੇਗਾ, ਕਿਸੇ ਨਾ ਕਿਸੇ ਪਾਸੇ ਗਲਤ ਪਾਸੇ ਜਾਏਗਾ। ਅਸੀਂ ਉਸ ਸਿਮਰਨ ਦੇ ਜ਼ਰੀਏ ਇਸ ਨੂੰ ਗਾਰਨਾ ਹੈ ਤਾਂ ਕਿ ਇਹਨੂੰ ਕੋਈ ਸਮਾਂ ਹੀ ਨਾ ਮਿਲੇ ਗੱਲ ਕਰਨ ਦਾ। ਜਦੋਂ ਇਹ ਸਾਹ ਨਾਲ 24 ਘੰਟੇ ਸਿਮਰਨ ਕਰੇਗਾ ਅਤੇ ਮਨ ਨੂੰ ਕੋਈ ਟਾਈਮ ਨਹੀਂ ਮਿਲ ਸਕਦਾ, ਮਨ ਨੂੰ ਕੋਈ ਗੁੰਜਾਇਸ਼ ਨਹੀਂ ਮਿਲ ਸਕਦੀ ਬਾਹਰ ਜਾਣ ਦੀ। ਇਸ ਤਰੀਕੇ ਨਾਲ ਫਕੀਰ ਜਿਹੜੇ ਹੈ ਇਸ ਮਨ ਨੂੰ ਗਾਰਦੇ ਹੈ। ਜਦੋਂ ਮਨ ਗਾਰਿਆ ਗਿਆ, ਜਿਸ ਤਰ੍ਹਾਂ ਬਾਕੀ ਫਸਲਾਂ 'ਚੋਂ ਫਾਇਦਾ ਮਿਲ ਜਾਂਦਾ ਹੈ, ਇਸ ਤਰ੍ਹਾਂ ਇਹਦੇ 'ਚੋਂ ਫਾਇਦਾ ਮਿਲ ਜਾਂਦਾ ਹੈ। ਇਹ ਮਨ ਪਿੰਗਲ ਪਿਆ ਪੀ ਹਰੀ ਨਾਮ ਪਾਰਾ, ਫਿਰ ਇਹਦਾ ਨੱਸਣਾ ਭੱਜਣਾ ਜਿਹੜਾ ਹੈ ਇਹ ਮੁੱਕ ਜਾਂਦਾ ਹੈ, ਫਿਰ ਇਹ ਕਿਤੇ ਨਹੀਂ ਜਾ ਸਕਦਾ। स्वामी जी महाराज एक शब्द फरमाया है, कोट जतन से जे नहीं माने तुण सुन कर मन समझाए। साढ़े अंदर एक तुण आ रही शब्द आ रहा है, करोड़ां जतन असी कर लईए लेकिन मन नहीं समझेगा। जितने मर्जी असी जतन कर लईए, जब तक असी उस तुण उस शब्द नूं सुनते नहीं, ये मन काबू नहीं आ सकता। वो साढ़े अंदर आ रही है लेकिन उसकी मेहनत की जरूरत है, मेहनत करना पैंदी है। बाकी चीज़ां ये रस जावत वो रस आवत, जदों ये रस दुनिया दे साढ़े जाणगे सानू वो रस उपर लाउणा शुरू हो जाएगा। वो रस आवा ये रस मोल ना पावा। जदों वो रस सानू आउणा शुरू हो जाएगा तो दुनिया दे रस फिर साढ़े इदां ही रहणगे, बराए नाम बराए नाम रहणगे। इन्हां विच कोई साडा मन जिहड़ा ये वजेगा नहीं। हाँ जी, अंतर्मुख जो शब्द कमाई, तामे मन को नहीं गारा। वेद शास्त्र सिमरत और प्राणा, पढ़ पढ़ सब पंडित हारा। पढ़ना गुणना जगत की कार, ये फकीरां दी कार नहीं। फकीर थोड़ा पढ़ते है, बहुता गुणते है। पढ़ के उहदा तजर्बा करते है, ਉਹਦੀ कमाई करते हैं कि जिन लिखिया है किस तरह लिखिया तो उसने काम किस तरह किया। जिन्हां महापुरखों की बाणी असी पढ़ते हैं, असी उहदे बारे सोचना है कि उन्हें कमाई किस तरह की है, किस तरीके नाल उन्होंने मेहनत की है। सानू पढ़ के उस तरह की मेहनत करनी चाहिए। जब असी मेहनत करांगे हो सकता है असी भी अपने देश पहुँच जावांगे। हाँ जी, वेद शास्त्र सिमरत और प्राणा, पढ़ पढ़ सब पंडित हारा। बिन सतगुर और बिना शब्द सुरत, कोई ना उतरे पौ पारा। गुरु साहब जी बड़े प्यार दे नाल फरमा रहे है कि बगैर सतगुर दे, बगैर उस शब्द सुरत दे कोई भी पार नहीं हो सकता। गल्लां बातां दा मजबून नहीं, गल्लां नाल नहीं पतींदा नहीं राम न्याणा। कि राम बच्चा थोड़ा है कि जिहड़ा असीं गल्लां गुल्लां नाल पतिया लवांगे जां उस नूं खुश कर लवांगे। उसने साड़ी निजत देखनी है, काम देखना है कि की कर रहे है। बगैर गुरु साहब जी फरमा रहे हैं, बगैर सतगुर दे और बगैर शब्द सुर दे अभ्यास दे, जिन्हां फकीरां ने दिन रात अभ्यास किया है
ਅੰਦਰ ਬੈਠ ਕੇ ਇਕੱਲਿਆਂ ਬੈਠ ਕੇ ਭੁੱਖਾਂ ਨੰਗਾਂ ਝੱਲੀਆਂ, ਤਾਨੇ ਨਾਮੇ ਝੱਲੇ ਲੋਕਾਂ ਦੇ, ਕਮਾਈਆਂ ਕੀਤੀਆਂ ਨੇ। ਉਹਨਾਂ ਐਵੇਂ ਕੀਤੀਆਂ? ਉਹ ਐਵੇਂ ਥੋੜ੍ਹਾ ਮਿਲ ਜਾਣਾ, ਜਾਂ ਉਹ ਸ਼ਬਦ ਅੰਦਰ ਸਾਡੇ ਐਵੇਂ ਆ ਜਾਣਾ। ਸ਼ਬਦ ਖੁੱਲ੍ਹੇ ਗੁਰ ਮੇਰ ਸੇ ਖੈਂਚੇ ਸੁਰਤ ਗੁਰੂ ਬਲਵਾਨ। ਜਦੋਂ ਅਸੀਂ ਸਤਿਗੁਰ ਦਾ ਕੰਮ, ਜਿਸ ਤਰ੍ਹਾਂ ਕੋਈ ਸ਼ਾਹੂਕਾਰ ਦਾ ਕੰਮ, ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਇੱਕ ਨੌਕਰ ਸ਼ਾਹੂਕਾਰ ਦਾ ਗੱਲਾਂ ਬਾਤਾਂ ਬਹੁਤ ਕਰਦਾ ਸੀ, ਇੱਕ ਨੌਕਰ ਸੀ ਉਹ ਗੱਲਾਂ ਘੱਟ ਕਰਦਾ ਸੀ, ਕੰਮ ਜ਼ਿਆਦਾ ਕਰਦਾ ਸੀ। ਜਿਹੜੇ ਜ਼ਿਆਦਾ ਕੰਮ ਕਰਦਾ ਸੀ ਸ਼ਾਹੂਕਾਰ ਉਹਦੇ 'ਤੇ ਖੁਸ਼ ਹੋ ਜਾਂਦਾ ਸੀ ਅਤੇ ਉਸ ਨੂੰ ਤਨਖਾਹ ਤੋਂ ਇਲਾਵਾ ਵੀ ਕਈ ਚੀਜ਼ਾਂ ਖੁਸ਼ੀ ਨਾਲ ਦੇ ਸਕਦਾ। ਜਿਹੜਾ ਗੱਲਾਂ ਬਾਤਾਂ ਵਾਲਾ ਸੀ ਉਹ ਗੱਲਾਂ ਬਾਤਾਂ ਵਾਲਾ ਹੀ ਸੀ। ਇਸੇ ਤਰ੍ਹਾਂ ਕਮਾਈ ਦੀ ਜ਼ਰੂਰਤ ਹੈ, ਸਤਿਗੁਰ ਦੀ ਜ਼ਰੂਰਤ ਹੈ, ਔਰ ਸਤਿਗੁਰ ਜੋ ਸਾਨੂੰ ਸਾਧਨ ਦੱਸਦਾ ਹੈ ਉਹ ਸਾਧਨ ਕਰਨ ਦੀ ਜ਼ਰੂਰਤ ਹੈ। ਅਸੀਂ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਸਾਡੀ ਹਾਜ਼ਰੀ ਲੱਗਣੀ ਚਾਹੀਦੀ ਹੈ। ਜੇ ਸਾਡੀ ਹਾਜ਼ਰੀ ਨਾ ਲੱਗੇਗੀ ਤਾਂ ਫਿਰ ਅਸੀਂ ਲੈਵਾਂਗੇ ਕੀ? ਬਾਬੇ ਫਰੀਦ ਨੇ ਕਿਹਾ ਕਿ ਪਹਿਲੇ ਪੈਰ ਵਿੱਚ ਫੁੱਲ ਲੱਗਦਾ ਹੈ, ਬ੍ਰਿਸ਼ ਨੂੰ ਫੁੱਲ ਲੱਗਦਾ। ਪਹਿਲੇ ਪੈਰ ਜਦੋਂ ਅਸੀਂ ਭਜਨ ਬੈਠਣਾ ਹੈ ਅਤੇ ਫੁੱਲ ਲੱਗਣਾ ਹੈ, ਅਤੇ ਦੂਸਰੇ ਜਦੋਂ ਆਖਰੀ ਪੈਰ ਜਗਦਾ ਅਸੀਂ ਭਜਨ ਬੈਠਣਾ ਹੈ ਅਤੇ ਉਹਨੂੰ ਫਲ ਲੱਗਾ ਹੋਣਾ, ਫਿਰ ਸਾਨੂੰ ਉਹਦਾ ਫਲ ਮਿਲਣਾ ਹੈ। ਅਤੇ ਜੇ ਨਾ ਅਸੀਂ ਪਹਿਲੇ ਪੈਰ ਬੈਠੇ, ਨਾ ਅਸੀਂ ਪਿਛਲੇ ਪੈਰ ਬੈਠੇ, ਅਤੇ ਨਾ ਫੁੱਲ ਲੱਗਾ, ਨਾ ਅਸੀਂ ਫਲ ਖਾਧਾ, ਵੀ ਕੀ ਗਿਆ? ਸਾਡਾ ਸਮਾਂ ਗਿਆ ਕਿੱਧਰ? ਸਾਡੀ ਰਾਤ ਕਿੱਧਰ ਗਈ? ਮਿਲਿਆ ਤਾਂ ਸਾਨੂੰ ਕੁਝ ਵੀ ਨਹੀਂ। ਜਿਹੜੀਆਂ ਰਾਤਾਂ ਸਤਿਗੁਰ ਬਿਨ ਗੁਜ਼ਾਰੀਆਂ, ਮੁਦਰੇ ਨਹੀਂ ਉਹ ਰਾਤਾਂ ਆਉਣੀਆਂ। ਜਿਹੜੀਆਂ ਰਾਤਾਂ ਅਸੀਂ ਬਗੈਰ ਭਜਨ ਸਿਮਰਨ ਦੇ ਗੁਜ਼ਾਰ ਦਿਆਂਗੇ, ਉਹ ਰਾਤਾਂ ਸਾਡੀਆਂ ਲਿਖੀਆਂ ਨਹੀਂ ਜਾਣੀਆਂ। ਜਿਨ੍ਹਾਂ ਮਹਾਂਪੁਰਖਾਂ ਨੇ ਉਹ ਫਲ ਖਾਧੇ ਹੈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਨਾਂ ਬਾਣੀਆਂ 'ਚ ਲਿਖਿਆ ਹੈ ਕਿ ਪਹਿਲੇ ਪੈਰ ਫੁੱਲ ਲੱਗੇਗਾ, ਔਰ ਜਦੋਂ ਆਖਰੀ ਪੈਰ ਸਵੇਰੇ ਬੈਠੇਗਾ ਅਤੇ ਉਸ ਲਈ ਇਹਨੂੰ ਫਲ ਮਿਲੇਗਾ। ਸਾਨੂੰ ਇਹ ਬਾਣੀਆਂ ਸਿਰਫ ਪੜ੍ਹਨੀਆਂ ਨਹੀਂ, ਪੜ੍ਹਨਾ ਗੁਣਨਾ ਜਗਤ ਕੀ ਕਾਰ। ਅਸੀਂ ਉਸ ਬਾਣੀ ਨੂੰ ਪੜ੍ਹ ਕੇ ਅਤੇ ਜਿਸ ਤਰ੍ਹਾਂ ਕੀਤਾ ਹੈ ਮਹਾਂਪੁਰਖਾਂ ਨੇ, ਉਸ ਦਾ ਕੁਛ ਨਾ ਕੁਛ ਅਸੀਂ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਸਾਡਾ ਉਧਾਰ ਹੋਏਗਾ। ਹਾਂਜੀ। ਬਿਨਾ ਸਤਿਗੁਰ ਔਰ ਬਿਨਾ ਸ਼ਬਦ ਸੁਰਤ, ਕੋਇ ਨਾ ਉਤਰੇ ਭਉ ਪਾਰਾ। यही बात पाखी मैं चुन कर, अब तो मानो गुर प्यारा। स्वामी जी महाराज बड़े प्यार दे नाल फरमा रहे हैं कि भाई ये मैं चुन के सारा कुछ देखभाल करके ते एक बात मैं चुन के रखी है कि अब तो मानो गुरु प्यारा। क्यों कि मुर्शद ही सानू साढ़े घर दा राह दसेगा, सानू नेक पाक सलाह देगा। तुसी और किसी सोसाइटी च चले जाओ, किसी भी पार्टी चले जाओ, तुहानू कोई रब दा नां ही नहीं मिलेगा, रब दा नां कोई लएगा नहीं। बहस मुआसे ते होर कई शरारतां ते कई गल्लां होर चलणगियां। ईश्वर दी भगती वास्ते कोई प्रेरणा नहीं देगा। किसी भी पार्टी चले जाओ, जो किसी मुर्शद ने दसना है वो नहीं दस सकेगा कोई। हाँ जी। यही बात पाखी मैं चुन कर, अब तो मानो गुरु प्यारा। राधा स्वामी कहा बुझाई, सुरत चढ़ाओ नब द्वारा। स्वामी जी महाराज शब्द समाप्त करते हुए बड़े प्यार दे नाल फरमा रहे हैं, जो संत कहते हैं ना सुरत चढ़ाओ, असी की सुरत नूं चढ़ा सकते हैं? सुरत ने आपे चढ़ना है। जदों भी कोई पिंजरे दे विचों पैंछी निकलता है
ਤੇ ਉਹਨੂੰ ਉਡਾਉਣ ਦੀ ਲੋੜ ਨਹੀਂ ਹੈਗੀ, ਉਹਨੇ ਆਪੇ ਹੀ ਉੱਡਣਾ ਹੈਗਾ, ਕਿਉਂਕਿ ਉਹਦਾ ਘਰ ਥੱਲੇ ਹੈ ਨਹੀਂ। ਕਈ ਵਾਰ ਅੱਗੇ ਵੀ ਦੱਸਿਆ ਹੈ, ਸਾਖੀ ਸੁਣਾਈ ਹੈ ਕਿ ਕੋਈ ਕਿਤੇ ਕਥਾ ਸੁਣਨ ਵਾਸਤੇ ਜਾਂਦਾ ਸੀ ਬੰਦਾ, ਉਸਨੇ ਘਰ ਤੋਤਾ ਰੱਖੇ ਦਾ ਸੀ। ਜਦੋਂ ਘਰ ਆਉਣਾ, ਕਥਾ ਵਿੱਚ ਕੋਈ ਇੱਕ ਇਤਿਹਾਸ ਆਇਆ ਕਿ ਜਿਹੜੇ ਰਾਮ ਦਾ ਨਾਂ ਜਪਦੇ ਆ ਉਹਨਾਂ ਦਾ ਕਾਲ ਦਾ ਜੇਲ੍ਹਖਾਨਾ ਜਿਹੜਾ ਟੁੱਟ ਜਾਂਦਾ ਹੈਗਾ। ਰਾਮ ਰਾਮ ਕਿਹਾ, ਉਸ ਨੇ ਆ ਕੇ ਆਪਣੇ ਤੋਤੇ ਨੂੰ ਕਹਿਣਾ, ਗੰਗੇ ਰਾਮ ਆਖ ਰਾਮ ਰਾਮ। ਇੱਕ ਦਿਨ ਤੋਤੇ ਨੇ ਸੋਚਿਆ ਕਿ ਮੈਨੂੰ ਰੋਜ਼ ਹੀ ਕਹਿੰਦੇ ਹੈ, ਮੈਂ ਸਾਰੀ ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦੇ ਆ, ਮੇਰੇ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ ਅਤੇ ਕਾਲ ਦਾ ਜੇਲ੍ਹਖਾਨਾ ਖਰੇ ਕਿੱਡਾ ਕੁ ਰਹੇਗਾ। ਆਪਣੇ ਮਾਲਕ ਨੂੰ ਕਿਹਾ ਕਿ ਪਿੰਜਰਾ ਚੁੱਕ ਕੇ ਮੇਰਾ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਲੈ ਚੱਲ। ਤੋਤਾ ਬੋਲਣਾ ਜਾਣਦਾ ਸੀ। ਜਦੋਂ ਇਹ ਇਤਿਹਾਸ ਆਇਆ ਅਤੇ ਤੋਤਾ ਬੋਲਿਆ, ਪੰਡਿਤ ਜੀ ਮੇਰੀ ਗੱਲ ਸੁਣ ਲਓ। ਸਾਰੇ ਲੋਕ ਹੈਰਾਨ ਹੋਏ ਕਿ ਤੋਤਾ ਜਦੋਂ ਬੋਲਿਆ ਤਾਂ ਹੈਰਾਨ ਹੋਣਾ ਹੀ ਸੀ। ਮੇਰੇ ਪਾਸ ਆ ਜਾਓ, ਇਹ ਜੋ ਤੁਸੀਂ ਕਹਿ ਰਹੇ ਹੋ ਕਿ ਰਾਮ ਰਾਮ ਕਿਹਾ ਕਾਲ ਦਾ ਜੇਲ੍ਹਖਾਨਾ ਟੁੱਟ ਜਾਂਦਾ ਏ, ਮੈਂ ਸਾਰੀ ਜ਼ਿੰਦਗੀ ਹੋਇਆ ਰਾਮ ਰਾਮ ਕਹਿੰਦੇ ਆ, ਮੇਰੀਆਂ ਪਿੰਜਰੇ ਦੀਆਂ ਤਾਰਾਂ ਨਹੀਂ ਟੁੱਟੀਆਂ। ਕਹਿੰਦੇ ਤੇਰਾ ਕੋਈ ਮੁਰਸ਼ਿਦ ਹੈ? ਕਹਿੰਦੇ ਮੁਰਸ਼ਿਦ ਮੇਰੇ ਤਾਂ ਨੇਕਾਂ ਹੀ ਬਣਦੇ ਆ, ਰਾਹ ਦੇ ਵਿੱਚ ਸਾਡਾ ਘਰ ਹੈ, ਪਿੰਜਰਾ ਉੱਤੇ ਟੰਗਿਆ ਹੁੰਦਾ ਦਰਖਤ ਦੇ ਨਾਲ, ਜਿਹੜਾ ਕੋਈ ਲੰਘਦਾ ਉਹੀ ਕਹੀ ਜਾਂਦਾ ਆਖ ਗੰਗੇ ਰਾਮਾ ਰਾਮ ਰਾਮ, ਮੈਂ ਕਹੀ ਜਾਂਦਾ। ਕਈ ਬਣ ਜਾਂਦੇ ਹੈ। ਕਹਿੰਦੇ ਇੱਕ ਗੁਰੂ ਚਾਹੀਦਾ, ਇੱਕ ਦਾ ਸ਼ਬਦ, ਇੱਕ ਗੁਰੂ ਬਣਾ। ਕਹਿੰਦੇ ਫਿਰ ਮੈਂ ਕਿੱਥੇ ਜਾਣਾ, ਤੁਸੀਂ ਮੈਨੂੰ ਜੁਗਤੀ ਦੱਸੋ, ਤੁਸੀਂ ਮੈਨੂੰ ਜੁਗਤੀ ਦੱਸੋ। ਉਸ ਪੰਡਿਤ ਨੇ ਜੁਗਤੀ ਦੱਸੀ ਵੀ ਜਦੋਂ ਤੂੰ ਘਰ ਜਾਏਗਾ ਨਾ ਤਾਂ ਉਹਦਾ ਲੈ ਜਾਏਗਾ, ਜਾਣੇ ਤੇਰਾ ਪਿੰਜਰਾ ਲੈ ਜਾਏਗਾ ਤੇਰਾ ਮਾਲਕ, ਤੂੰ ਘਰ ਜਾ ਕੇ ਬਿਮਾਰ ਹੋ ਜਾਈਂ, ਬਿਮਾਰ ਹੋ ਜਾਈਂ, ਮੂੰਹ 'ਚੋਂ ਪਾਣੀ ਵਗਣਾ ਸ਼ੁਰੂ ਹੋ ਜਾਏ, ਫੰਗ ਢਿੱਲੇ ਛੱਡ ਦੇਈਂ, ਇਹ ਤੈਨੂੰ ਬਾਹਰ ਕੱਢੇਗਾ ਤੋਤਾ। ਜਦੋਂ ਤੋਤੇ ਨੂੰ ਬਾਹਰ ਕੱਢੇਗਾ ਪਿੰਜਰੇ ਦੇ ਵਿੱਚੋਂ ਅਤੇ ਤੂੰ ਦੇਖ ਲੈ ਅੱਖ ਚਰਾ ਕੇ, ਜਦੋਂ ਅੱਗੇ ਪਿੱਛੇ ਹੋਏਗਾ ਉੱਡ ਜਾਈਂ। ਕਹਿੰਦਾ ਗੱਲ ਤਾਂ ਠੀਕ ਹੈਗੀ ਹੈ। ਘਰ ਜਾ ਕੇ ਤੋਤਾ ਜਿਹੜਾ ਸੀ ਨਾ ਉਹ ਢਿੱਲਾ ਜਿਹਾ ਹੋ ਗਿਆ, ਪਾਣੀ ਮੂੰਹ ਵਿੱਚ ਵਗਣਾ ਜਾ, ਸਿਰ ਸੁੱਟ ਬੈਠਾ ਥੱਲੇ। ਉਸ ਨੇ ਪਿੰਜਰੇ 'ਚੋਂ ਤੋਤਾ ਕੱਢਿਆ ਬਾਹਰ, ਆਪ ਅੰਦਰ ਗਿਆ। ਤੋਤੇ ਨੇ ਦੇਖਿਆ ਵੀ ਹੁਣ ਮੈਂ ਇਹਦੇ ਕਾਬੂ ਨਹੀਂ ਆਉਂਦਾ, ਫੰਗ ਫੜ ਕੇ ਉੱਡ ਕੇ ਬਨੇਰੇ 'ਤੇ ਬੈਠ ਗਿਆ। ਹੁਣ ਉਹਦਾ ਮਾਲਕ ਜਿਹੜਾ ਬਹੁਤ ਖੁਸ਼ ਹੋਇਆ ਕਿ ਤੋਤਾ ਠੀਕ ਹੋ ਗਿਆ, ਇਹਦਾ ਕਹਿੰਦਾ ਤੋਤੇ ਨੂੰ ਕਿ ਆ ਗੰਗੇ ਰਾਮਾ ਰਾਮ ਰਾਮ ਸੱਚ ਹੈ। ਗੰਗੇ ਰਾਮ ਕਹਿੰਦਾ ਜੀ ਰਾਮ ਰਾਮ ਤੇ ਸੱਚ ਹੈ, ਬਿਲਕੁਲ ਠੀਕ ਹੈ, ਰਾਮ ਰਾਮ ਤੇ ਸੱਚ ਹੈ, ਪਰ ਚਾਬੀ ਗੁਰੂ ਦੇ ਹੱਥ ਹੈ। ਹੁਣ ਮੈਨੂੰ ਚਾਬੀ ਵਾਲਾ ਗੁਰੂ ਮਿਲ ਗਿਆ, ਹੁਣ ਮੈਂ ਤੇਰੇ ਪਿੰਜਰੇ 'ਚ ਨਹੀਂ ਆ ਸਕਦਾ। ਉੱਡ ਕੇ ਚਲਾ ਗਿਆ। ਅਸੀਂ ਕੀ ਸੁਰਤ ਨੂੰ ਚਾੜਨਾ ਹੈ, ਸੁਰਤ ਨੇ ਆਪੇ ਹੀ ਚੜ੍ਹਨਾ ਹੈ। ਅਸੀਂ ਕਾਲ ਦੇ ਜਦੋਂ ਪਿੰਜਰੇ 'ਚੋਂ ਨਿਕਲੇ, ਜਦੋਂ ਸਾਰੀ ਮੋਹ ਮਾਇਆ ਸਾਡੀ ਦੂਰ ਹੋ ਗਈ, ਅਸੀਂ ਕਾਲ ਦੇ ਪਿੰਜਰੇ 'ਚੋਂ ਨਿਕਲ ਜਾਵਾਂਗੇ, ਸੁਰਤ ਸਾਡੀ ਰਹਿ ਸਕਦੀ ਹੀ ਨਹੀਂ ਥੱਲੇ। ਸਾਡੀ ਸੁਰਤ ਜਿਹੜੀ ਹੈ ਹੁਸਨ ਬਾਨੋ ਨੇ ਸ਼ਾਹ ਰਾਮ ਨੂੰ ਕਿਹਾ ਸੀ ਕਿ ਤੁਸੀਂ ਖਾਕੀ ਬੰਦੇ ਹੋ, ਅਸੀਂ ਨੂਰੀ ਬੰਦੇ ਹਾਂ, ਸਾਡਾ ਤੁਹਾਡਾ ਮੇਲ ਨਹੀਂ ਹੋ ਸਕਦਾ, ਅਸੀਂ ਇਸ ਦੇਸ਼ ਰਹਿ ਨਹੀਂ ਸਕਦੇ, ਅਸੀਂ ਆਪਣੇ ਦੇਸ਼ ਜਾਣਾ ਹੈ। ਸੋ ਸੁਰਤ ਨੇ ਆਪਣੇ ਆਪ ਹੀ ਉੱਡਣਾ ਹੈ। ਤੋਤੇ ਔਰ ਤੋਤੇ ਦਾ ਇੱਕ ਸਾਖੀ ਹੈਗੀ ਹੈ, ਤੁਸੀਂ ਹੱਸੋਗੇ ਅਤੇ ਹੱਸਣਾ ਵੀ ਤਾਂ ਚਾਹੀਦਾ ਥੋੜ੍ਹਾ ਜਿਹਾ। ਵੈਸੇ ਨਾ ਐਵੇਂ ਇਹਨੇ ਚਿੰਤਾ 'ਚ ਪਏ ਰਹਿਣਾ ਚਾਹੀਦਾ, ਕਈਆਂ ਨੇ ਐਵੇਂ ਸਿਰ ਸੁੱਟੇ ਹੈਗੇ ਉਰੇ ਪਰੇ। ਇੱਕ ਨੇ ਤੋਤਾ ਅਤੇ ਤੋਤੀ ਰੱਖੇ ਅਤੇ ਰਾਹ ਦੇ ਵਿੱਚ ਹੀ ਸੀ ਉਹਦਾ ਘਰ, ਅਤੇ ਜਿਸ ਬੰਦੇ ਨੇ ਜਾਣਾ ਨਾ ਅਤੇ ਤੋਤੇ ਨੇ ਕਹਿਣਾ ਉਹ ਜਾਣੇ ਵਾਲਿਆ ਬੋਲਣਾ ਜਾਣਦੇ ਸੀ, ਇੱਕ ਪੈਸਾ ਦੇ ਜਾ। ਅਤੇ ਤੋਤੀ ਨੇ ਕਹਿਣਾ ਆਹ ਤੇਰਾ ਖਸਮ ਖਾਣਾ, ਤੂੰ ਕੀ ਕਰਨਾ ਪੈਸਾ ਹੈ, ਦੇ ਹਾਂ ਭਲਾ ਕੀ ਕਰਦਾ ਹੈ। ਉਹਨੇ ਜ਼ਰੂਰ ਮਖੌਲੀ ਤੌਰ 'ਤੇ ਸੁੱਟ ਜਾਣਾ ਪਿੰਜਰੇ 'ਚ। ਅਤੇ ਤੋਤੀ ਨੇ ਹੌਕਾ ਜਿਹਾ ਭਰਨਾ, ਅੱਛਾ ਭਾਈ ਸਾਨੂੰ ਕੌਣ ਦਿੰਦਾ ਹੈਗਾ। ਉਹਨੇ ਹੌਕਾ ਭਰਨਾ ਬੜਾ ਹਰਾ, ਅਤੇ ਤੋਤੇ ਨੇ ਕਹਿਣਾ ਤੂੰ ਉਤਰੀਏ ਕੀ ਕਰਨਾ, ਲੈ ਦੇ ਦੇ ਇਹਨੂੰ ਵੀ ਪੈਸਾ ਵਾਲਾ, ਇਹ ਕੀ ਕਰਦੀ ਹੈਗੀ ਹੈ। ਉਹ ਮਖੌਲੀ ਤੌਰ 'ਤੇ ਉਹਨਾਂ ਉਹਦੇ ਵੀ ਸੁੱਟ ਦੇਣਾ। 25-30 ਰੁਪਈਏ ਉਸਨੇ ਰੋਜ਼ ਦੇ ਬਣਾ ਲੈਣੇ ਜੀ ਬੰਦੇ ਨੇ।
इदां ही तोते ने करके अपने बोली बाली है। सो इस वास्ते है कि कईयां नूं जानवरां नूं बोलनी भी आउंदी है, वो कमाई भी कर जांदे हैगे है, पर सानू बोली वो चाहिए है शब्द की कमाई करिए ताकि सानू भी आमदन होवे कोई। असी बोली वो बोलीए जिहड़ी शब्द की कमाई करिए, नाम जपीए तो सानू भी आमदन होवे, असी अपने घर जाइए। हाँ जी। राधा स्वामी कहा बुझाई, सुरत चढ़ाओ नव द्वारा।